ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੁਹਾਡਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਪੰਜਾਬ ਐਗਜ਼ਾਮ ਅੱਡਾ ਦੇ ਵਿੱਚ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਆਪਾਂ ਇੰਡੀਅਨ ਪੋਲਿਟੀ ਦੀ ਸੀਰੀਜ਼ ਕਰ ਰਹੇ ਹਾਂ, ਉਹਦੇ ਵਿੱਚ ਆਪਾਂ ਹਿਸਟੋਰੀਕਲ ਬੈਕਗਰਾਊਂਡ ਕਵਰ ਕਰ ਰਹੇ ਹਾਂ। ਅੱਜ ਉਹਦਾ ਤੀਸਰਾ ਲੈਕਚਰ ਹੈਗਾ। ਅੱਜ ਆਪਾਂ ਹਿਸਟੋਰੀਕਲ ਬੈਕਗਰਾਊਂਡ ਖਤਮ ਕਰ ਦਾਂਗੇ ਇਸੇ ਲੈਕਚਰ ਦੇ ਵਿੱਚ, ਅਤੇ ਅੱਗੇ ਆਪਾਂ ਸ਼ੁਰੂ ਕਰਾਂਗੇ। ਅਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਆਪਾਂ ਕੰਪਨੀ ਰੂਲ ਦੇ ਵਿੱਚ ਜਿੰਨੇ ਵੀ ਐਕਟ ਆਏ ਸੀਗੇ, ਠੀਕ ਹੈ, ਉਹਨੂੰ ਆਪਾਂ ਖ਼ਤਮ ਕਰ ਚੁੱਕੇ ਹਾਂ। ਅਤੇ ਕਰਾਊਨ ਰੂਲ, ਜਿਸ ਤਰ੍ਹਾਂ ਕਿ 1857 ਦੇ ਵਿਦਰੋਹ ਤੋਂ ਬਾਅਦ ਬ੍ਰਿਟਿਸ਼ ਸਰਕਾਰ ਨੇ ਡਾਇਰੈਕਟਲੀ ਰੂਲ ਕਰਨਾ ਸ਼ੁਰੂ ਕਰਤਾ ਸੀਗਾ ਇੰਡੀਆ ਨੂੰ। ਉਸ ਤੋਂ ਬਾਅਦ ਜਿੰਨੇ ਵੀ ਐਕਟ ਆਏ ਸੀਗੇ ਉਹਨਾਂ ਵਿੱਚੋਂ ਆਪਾਂ ਥੋੜ੍ਹੇ ਐਕਟ ਕਰ ਚੁੱਕੇ ਹਾਂ। ਅਤੇ ਜਿਹੜੇ ਸਾਡੇ ਐਕਟ ਰਹਿ ਗਏ ਸੀਗੇ, ਜਿਸ ਤਰ੍ਹਾਂ ਕਿ ਗਵਰਨਮੈਂਟ ਆਫ ਇੰਡੀਆ ਐਕਟ 1919 ਅਤੇ ਸਾਈਮਨ ਕਮਿਸ਼ਨ ਕਮਿਊਨਲ ਅਵਾਰਡ, ਗਵਰਨਮੈਂਟ ਆਫ ਇੰਡੀਆ ਐਕਟ 1935, ਇੰਡੀਅਨ ਇੰਡੀਪੈਂਡੈਂਸ ਐਕਟ 1947, ਇਹਨਾਂ ਨੂੰ ਅੱਜ ਆਪਾਂ ਕਵਰ ਕਰਾਂਗੇ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਕਿ ਇਹ ਜਿਹੜੇ ਐਕਟ ਹੈਗੇ ਆ ਇਹ ਇੰਪੋਰਟੈਂਟ ਹੈਗੇ ਆ, ਠੀਕ ਹੈ ਜੀ। ਅਤੇ ਸ਼ੁਰੂ ਕਰਦੇ ਹਾਂ। ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਕਿ ਜਿਹੜੀ ਵੀ ਨੋਟੀਫਿਕੇਸ਼ਨ ਆਏ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ। ਅਤੇ ਇਸ ਤੋਂ ਇਲਾਵਾ ਸਾਡਾ ਟੈਲੀਗ੍ਰਾਮ ਚੈਨਲ ਵੀ ਜੁਆਇਨ ਕਰੋ, ਜਿੱਥੇ ਆਪਾਂ ਹਰ ਇੱਕ ਵੀਡੀਓ ਦਾ PDF ਜ਼ਰੂਰ ਪ੍ਰੋਵਾਈਡ ਕਰਦੇ ਹਾਂ। ਅਤੇ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗਵਰਨਮੈਂਟ ਆਫ ਇੰਡੀਆ ਐਕਟ 1919 ਦੇਖ ਲੈਂਦੇ ਹਾਂ, ਠੀਕ ਹੈ। ਇਹਨੂੰ ਮੌਂਟੇਗ ਚੈਮਸਫੋਰਡ ਰਿਫੋਰਮ ਵੀ ਕਿਹਾ ਜਾਂਦਾ, ਕਿਉਂਕਿ ਜਿਹੜੇ ਮੌਂਟੇਗ ਸੀਗੇ ਉਸ ਟਾਈਮ 'ਤੇ ਸੈਕਟਰੀ ਆਫ ਸਟੇਟ ਫੋਰ ਇੰਡੀਆ ਸੀਗੇ, ਅਤੇ ਜਿਹੜੇ ਲੋਰਡ ਚੈਮਸਫੋਰਡ ਸੀਗੇ ਉਹ ਸੀਗੇ ਵਾਇਸਰੋਏ ਆਫ ਇੰਡੀਆ, ਠੀਕ ਹੈ। ਅਤੇ 20 ਅਗਸਤ 1917 ਨੂੰ ਕੀ ਹੁੰਦਾ ਕਿ ਬ੍ਰਿਟਿਸ਼ ਗਵਰਨਮੈਂਟ ਜਿਹੜੀ ਹੈਗੀ ਉਹ ਡਿਕਲੇਅਰ ਕਰ ਦਿੰਦੀ ਜਾਂ ਫਿਰ ਡਿਕਲੇਰੇਸ਼ਨ ਦਿੰਦੀ ਹੈ ਕਿ ਆਪਾਂ ਇੱਕ ਰਿਸਪੋਂਸੀਬਲ ਗਵਰਨਮੈਂਟ ਬਣਾਉਣਾ ਚਾਹੁੰਦੇ ਹਾਂ ਇੰਡੀਆ ਦੇ ਵਿੱਚ। ਅਤੇ ਇਸ ਤੋਂ ਇਲਾਵਾ ਜਿੰਨੇ ਵੀ ਆਫਿਸ ਹੈਗੇ ਆ ਬ੍ਰਿਟਿਸ਼ ਸਰਕਾਰ ਦੇ, ਗਵਰਨਮੈਂਟ ਆਫਿਸ ਇੰਡੀਆ ਦੇ ਵਿੱਚ, ਉਹਦੇ ਵਿੱਚ ਆਪਾਂ ਇੰਡੀਅਨਸ ਨੂੰ ਵੀ ਇਨਕਲੂਡ ਕਰਾਂਗੇ, ਠੀਕ ਹੈ। ਅਤੇ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਉਹਨਾਂ ਨੇ ਗਵਰਨਮੈਂਟ ਆਫ ਇੰਡੀਆ ਐਕਟ 1919 ਲਿਆਂਦਾ, ਅਤੇ ਉਹਦੇ ਆਪਾਂ ਪਹਿਲੇ ਫੀਚਰ ਪੜ੍ਹ ਲੈਂਦੇ ਹਾਂ। ਅਤੇ ਸਭ ਤੋਂ ਪਹਿਲਾ ਫੀਚਰ ਹੈਗਾ ਡੀਮਾਰਕੀਟਿੰਗ ਐਂਡ ਸੈਪਰੇਟਿੰਗ ਦਾ ਸੈਂਟਰਲ ਐਂਡ ਪ੍ਰੋਵਿੰਸ਼ੀਅਲ ਸਬਜੈਕਟ, ਠੀਕ ਹੈ। ਅਤੇ ਉਹਨਾਂ ਨੇ ਕੀ ਕੀਤਾ ਕਿ ਉਹਨਾਂ ਨੇ ਕਿਹਾ ਕਿ ਆਪਾਂ ਸੈਂਟਰ ਦੇ ਸਬਜੈਕਟ ਅਤੇ ਪ੍ਰੋਵਿੰਸਿਸ ਦੇ ਸਬਜੈਕਟ ਅਲੱਗ ਕਰ ਦਾਂਗੇ। ਸਿੰਪਲ ਭਾਸ਼ਾ 'ਚ ਕਹੀਏ ਕਿ ਉਹਨਾਂ ਨੇ ਇਹ ਨਿਰਧਾਰਿਤ ਕਰਤਾ ਕਿ ਸੈਂਟਰ ਕਿਹੜੇ ਸਬਜੈਕਟ ਦੇ ਉੱਤੇ ਲੋਅ ਬਣਾ ਸਕਦਾ, ਅਤੇ ਪ੍ਰੋਵਿੰਸਿਸ ਜਿਹੜੀਆਂ ਹੈਗੀਆਂ ਉਹ ਕਿਹਨਾਂ ਸਬਜੈਕਟ ਦੇ ਉੱਤੇ ਲੋਅ ਬਣਾ ਸਕਦੀਆਂ। ਜੇਕਰ ਤੁਹਾਨੂੰ ਪ੍ਰੋਵਿੰਸਿਸ ਨਹੀਂ ਪਤਾ ਅਤੇ ਮੈਂ ਤੁਹਾਨੂੰ ਦੱਸਦਾ, ਮੈਂ ਪਿਛਲੇ ਲੈਕਚਰ ਦੇ ਵਿੱਚ ਵੀ ਦੱਸਿਆ ਸੀਗਾ, ਜਿਸ ਤਰ੍ਹਾਂ ਕਿ ਅੱਜ ਦੀ ਸਟੇਟਸ ਹੈਗੀਆਂ ਉਸ ਟਾਈਮ 'ਤੇ ਪ੍ਰੋਵਿੰਸਿਸ ਸੀਗੀਆਂ, ਅਤੇ ਇਸ ਤੋਂ ਇਲਾਵਾ ਕੁਛ ਪ੍ਰਿੰਸਲੀ ਸਟੇਟ ਵੀ ਹੁੰਦੀਆਂ ਸੀਗੀਆਂ ਜਿਸ 'ਤੇ ਰਾਜੇ ਰਜਵਾੜੇ ਜਿਹੜੇ ਰਾਜ ਕਰਦੇ ਸੀਗੇ, ਠੀਕ ਹੈ। ਆਈ ਹੋਪ ਤੁਹਾਨੂੰ ਪਹਿਲਾ ਪੁਆਇੰਟ ਸਮਝ ਆ ਗਿਆ ਹੋਣਾ ਕਿ ਸੈਂਟਰ ਕਿਹੜੇ ਸਬਜੈਕਟ ਦੇ ਉੱਤੇ ਲੋਅ ਬਣਾ ਸਕਦਾ ਅਤੇ ਪ੍ਰੋਵਿੰਸਿਸ ਕਿਹੜੇ ਸਬਜੈਕਟ ਦੇ ਉੱਤੇ ਲੋਅ ਬਣਾ ਸਕਦਾ। ਇਹ ਚੀਜ਼ਾਂ ਉਹਨਾਂ ਨੇ ਸੈਪਰੇਟ ਕਰਤੀਆਂ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਕਿਹਾ ਗਿਆ ਹੈ, ਠੀਕ ਹੈ। ਅਤੇ ਨੈਕਸਟ ਪੁਆਇੰਟ ਸੀਗਾ, ਅਤੇ ਇਸੇ ਐਕਟ ਦੇ ਅੰਦਰ ਕਿਹਾ ਗਿਆ ਕਿ ਜਿਹੜੇ ਪ੍ਰੋਵਿੰਸਿਸ ਦੇ ਸਬਜੈਕਟ ਹੈਗੇ ਆ, ਪਹਿਲੇ ਪੁਆਇੰਟ ਦੇ ਵਿੱਚ ਉਹਨਾਂ ਕਿਹਾ ਕਿ ਆਪਾਂ ਸਬਜੈਕਟ ਅਲੱਗ-ਅਲੱਗ ਕਰ ਦਾਂਗੇ ਸੈਂਟਰ ਅਤੇ ਪ੍ਰੋਵਿੰਸਿਸ ਦੇ। ਅਤੇ ਦੂਜੇ ਪੁਆਇੰਟ 'ਚ ਕਿਹਾ ਗਿਆ ਕਿ ਜਿਹੜੇ ਪ੍ਰੋਵਿੰਸਿਸ ਦੇ ਸਬਜੈਕਟ ਹੋਣਗੇ ਉਹਨਾਂ ਨੂੰ ਆਪਾਂ ਦੋ ਪਾਰਟ ਦੇ ਵਿੱਚ ਡਿਵਾਈਡ ਕਰ ਦਾਂਗੇ। ਅਤੇ ਉਹ ਦੋ ਪਾਰਟ ਕਿਹੜੇ ਹੋਣਗੇ, ਇੱਕ ਟਰਾਂਸਫਰ ਸਬਜੈਕਟ ਅਤੇ ਇੱਕ ਰਿਜ਼ਰਵਡ ਸਬਜੈਕਟ, ਠੀਕ ਹੈ ਜੀ। ਅਤੇ ਦੋਨਾਂ 'ਚ ਡਿਫਰੈਂਸ ਕੀ ਸੀਗਾ, ਅਤੇ ਦੋਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਗਵਰਨਮੈਂਟ ਅਤੇ ਉਹਦੀ ਕੌਂਸਲ ਜਿਹੜੀ ਹੈ ਲੋਅ ਬਣਾ ਸਕਦੀ ਹੈ, ਟਰਾਂਸਫਰ ਸਬਜੈਕਟ ਦੇ ਉੱਤੇ ਵੀ ਅਤੇ ਰਿਜ਼ਰਵ ਸਬਜੈਕਟ ਦੇ ਉੱਤੇ ਹੀ। ਪਰ ਮੇਨ ਦੋਨਾਂ ਦੇ ਵਿੱਚ ਡਿਫਰੈਂਸ ਕੀ ਸੀਗਾ ਕਿ ਜਿਹੜੇ ਟਰਾਂਸਫਰ ਸਬਜੈਕਟ ਸੀਗੇ, ਜਿਹੜੇ ਗਵਰਨਰ ਅਤੇ ਉਹਦੀ ਐਗਜ਼ੀਕਿਊਟਿਵ ਕੌਂਸਲ ਉੱਤੇ ਲੋਅ ਬਣਾਏਗੀ, ਉਸ ਟਾਈਮ 'ਤੇ ਉਹ ਰਿਸਪੋਂਸਿਬਲ ਹੋਏਗੀ ਲੈਜਿਸਲੇਟਿਵ ਕੌਂਸਲ ਨੂੰ। ਪਰ ਰਿਜ਼ਰਵਡ ਕੇਸ ਦੇ ਵਿੱਚ ਉਹ ਗਵਰਨਰ ਅਤੇ ਉਹਦੀ ਕੌਂਸਲ ਜਿਹੜੀ ਹੈ ਰਿਸਪੋਂਸੀਬਲ ਨਹੀਂ ਹੋਏਗੀ ਲੈਜਿਸਲੇਟਿਵ ਕੌਂਸਲ ਨੂੰ, ਮਤਲਬ ਕਿ ਜਵਾਬਦੇਹੀ ਨਹੀਂ ਹੋਏਗੀ। ਜਿਸ ਤਰ੍ਹਾਂ ਮਰਜ਼ੀ ਲੋਅ ਬਣਾਉਣ, ਪਰ ਉਹ ਲੈਜਿਸਲੇਟਿਵ ਕੌਂਸਲ ਉੱਤੋਂ ਜਵਾਬ ਨਹੀਂ ਮੰਨ ਸਕਦੀ ਕਿ ਤੂੰ ਇਹ ਲੋਅ ਕਿਉਂ ਬਣਾਇਆ। ਅਤੇ ਉਹਨਾਂ ਨੇ ਕੀ ਕੀਤਾ ਕਿ ਬੜੇ ਚਲਾਕ ਸੀਗੇ, ਅਤੇ ਉਹਨਾਂ ਨੇ ਕੀ ਕੀਤਾ ਕਿ ਟਰਾਂਸਫਰ ਸਬਜੈਕਟ ਦੇ ਵਿੱਚ ਇਸ ਤਰ੍ਹਾਂ ਦੇ ਅਨਇੰਪੋਰਟੈਂਟ ਲੋਅ ਵਾੜਤੇ, ਸਬਜੈਕਟ ਵਾੜਤੇ ਕਿ ਜਵਾਬ ਦੇ ਵੀ ਦੇਣ ਲੈਜਿਸਲੇਟਿਵ ਕੌਂਸਲ ਨੂੰ, ਕਿਉਂਕਿ ਉਸ ਟਾਈਮ 'ਤੇ ਲੈਜਿਸਲੇਟਿਵ ਕੌਂਸਲ ਦੇ ਵਿੱਚ ਇੰਡੀਅਨਸ ਵੀ ਕਾਫੀ ਆ ਗਏ ਸੀਗੇ। ਅਤੇ ਜੇ ਲੈਜਿਸਲੇਟਿਵ ਕੌਂਸਲ ਨੂੰ ਜਵਾਬ ਦੇ ਵੀ ਦਿੰਦੇ ਆ ਕਿ ਹਾਂ ਆਪਾਂ ਇਹ ਲੋਅ ਬਣਾਇਆ ਅਤੇ ਇਹ ਤੁਸੀਂ ਮਤਲਬ ਸਾਡੇ ਕੋਲ ਪੁੱਛਗਿੱਛ ਕਰ ਸਕਦੇ ਹੋ, ਕੋਈ ਚੱਕਰ ਨਹੀਂ ਹੈ। ਪਰ ਜਿਹੜਾ ਰਿਜ਼ਰਵ ਸਬਜੈਕਟ ਸੀਗਾ ਉਹਦੇ ਵਿੱਚ ਬੜੇ ਮੇਨ ਪੁਆਇੰਟ ਰੱਖੇ ਗਏ, ਮੇਨ ਲੋਅ ਰੱਖੇ ਗਏ, ਮੇਨ ਸਬਜੈਕਟ ਰੱਖੇ ਗਏ ਕਿ ਆਪਾਂ ਜਿਸ ਤਰ੍ਹਾਂ ਕਿ ਪੁਲਿਸ ਹੋ ਗਿਆ, ਇਸ ਤਰ੍ਹਾਂ ਦੇ ਮਤਲਬ ਕਾਫੀ ਇੰਪੋਰਟੈਂਟ ਸਬਜੈਕਟ ਰੱਖੇ ਗਏ ਕਿ ਸਾਨੂੰ ਕੋਈ ਜਵਾਬ ਦੇਣ ਦੀ ਲੋੜ ਨਹੀਂ ਹੈਗੀ ਲੈਜਿਸਲੇਟਿਵ ਕੌਂਸਲ ਨੂੰ। ਆਪਾਂ ਜਿਸ ਤਰ੍ਹਾਂ ਆਪਣੀ ਮਰਜ਼ੀ ਦੇ ਨਾਲ ਸਬਜੈਕਟ ਦੇ ਉੱਤੇ ਲੋਅ ਬਣਾਈ ਜਾਈਏ, ਠੀਕ ਹੈ ਜੀ। ਆਈ ਹੋਪ ਤੁਹਾਨੂੰ ਇਹ ਸਮਝ ਲੱਗ ਗਿਆ ਹੋਣਾ। ਅਤੇ ਮੇਨ ਪੁਆਇੰਟ ਹੈਗਾ ਕਿ ਇਸੇ ਸਿਸਟਮ ਨੂੰ ਉਹਨਾਂ ਨੇ ਕੀ ਕਿਹਾ ਕਿ ਇਹ ਸੀਗਾ, ਇਹਨੂੰ ਨਾਮ ਦਿੱਤਾ ਗਿਆ ਡਾਇਰਕੀ ਸਿਸਟਮ, ਠੀਕ ਹੈ, ਜਿਹਦਾ ਗ੍ਰੀਕ ਭਾਸ਼ਾ ਦੇ ਵਿੱਚ ਜਿਹਦਾ ਮਤਲਬ ਹੁੰਦਾ ਡਬਲ ਰੂਲ, ਠੀਕ ਹੈ। ਅਤੇ ਕਾਫੀ ਕੁਐਸਚਨ ਪੁੱਛਿਆ ਜਾਂਦਾ ਕਿ ਡਾਇਰਕੀ ਸਿਸਟਮ ਜਿਹੜਾ ਹੈਗਾ ਉਹ ਕਿਹੜੇ ਐਕਟ ਦੇ ਵਿੱਚ ਆਇਆ ਸੀਗਾ, ਅਤੇ ਤੁਸੀਂ ਆਂਸਰ ਲਿਖਣਾ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ, ਠੀਕ ਹੈ ਜੀ। ਇੰਪੋਰਟੈਂਟ ਹੈਗਾ, ਯਾਦ ਰੱਖਿਓ। ਥਰਡ ਪੁਆਇੰਟ ਦੀ ਗੱਲ ਕਰ ਲੈਂਦੇ ਹਾਂ, ਇੰਟਰੋਡਿਊਸਡ ਬਾਈ ਕੈਮਰਲਿਜ਼ਮ ਐਂਡ ਡਾਇਰੈਕਟ ਇਲੈਕਸ਼ਨ।
ਤੇ ਇਹ ਵੀ ਕੁਐਸਚਨ ਕਾਫੀ ਵਾਰ ਪੁੱਛਿਆ ਜਾਂਦਾ ਕਿ ਬਾਈਕੈਮਰਲਿਜ਼ਮ ਜਿਹੜਾ ਹੈਗਾ ਉਹ ਕਿਹੜੇ ਐਕਟ ਦੇ ਥਰੂ ਆਇਆ, ਉਸ ਟਾਈਮ ਤੇ ਵੀ ਉਹਦਾ ਆਨਸਰ ਹੋਏਗਾ ਗਵਰਨਮੈਂਟ ਆਫ ਇੰਡੀਆ ਐਕਟ 1919। ਠੀਕ ਹੈ ਜੀ। ਤੇ ਹੁਣ ਜਿਸ ਤਰ੍ਹਾਂ ਕਿ ਅੱਜ ਕੱਲ੍ਹ ਚੱਲਦਾ ਅਪਰ ਹਾਊਸ ਲੋਅਰ ਹਾਊਸ ਹੈ ਨਾ, ਲੋਅਰ ਹਾਊਸ ਲੋਕ ਸਭਾ, ਫਿਰ ਅਪਰ ਹਾਊਸ ਰਾਜ ਸਭਾ। ਠੀਕ ਹੈ, ਉਸ ਟਾਈਮ ਤੇ ਬਾਈਕੈਮਰਲਿਜ਼ਮ ਇੰਟਰੋਡਿਊਸ ਕੀਤਾ ਗਿਆ। ਤੇ ਉਹਨਾਂ ਨੇ ਅਪਰ ਹਾਊਸ ਨੂੰ ਕਿਹਾ ਕੌਂਸਲ ਆਫ ਸਟੇਟ ਤੇ ਲੋਅਰ ਹਾਊਸ ਨੂੰ ਕਿਹਾ ਲੈਜਿਸਲੇਟਿਵ ਅਸੈਂਬਲੀ। ਤੇ ਉਹਨਾਂ ਨੇ ਕਿਹਾ, ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਜਿਹੜੇ ਦੋਨੋਂ ਹਾਊਸਿਸ ਹੈਗੇ ਉਹਨਾਂ ਦੇ ਜਿਹੜੇ ਮੈਂਬਰ ਇਲੈਕਟ ਕੀਤੇ ਜਾਣਗੇ ਉਹ ਡਾਇਰੈਕਟ ਇਲੈਕਸ਼ਨ ਦੇ ਨਾਲ ਇਲੈਕਟ ਕੀਤੇ ਜਾਣਗੇ। ਜਿਸ ਤਰ੍ਹਾਂ ਅੱਜ ਕੱਲ੍ਹ ਹੁੰਦਾ ਨਾ ਡਾਇਰੈਕਟ ਇਲੈਕਸ਼ਨ ਆਪਾਂ ਕਰਦੇ ਹਾਂ, ਇਲੈਕਟ ਕਰਦੇ ਹਾਂ ਕਿਸੇ ਵੀ ਮੈਂਬਰ ਨੂੰ, ਤੇ ਉਸੇ ਤਰ੍ਹਾਂ ਇਹ ਡਾਇਰੈਕਟ ਇਲੈਕਸ਼ਨ ਹੋਣਗੇ। ਪਰ ਕੀ ਸੀਗਾ, ਇਹ ਕਹਿਣ ਨੂੰ ਹੀ ਡਾਇਰੈਕਟ ਇਲੈਕਸ਼ਨ ਸੀਗੇ, ਪਰ ਇਹਦੇ ਵਿੱਚ ਬੜੀ ਜ਼ਿਆਦਾ ਰਿਸਟ੍ਰਿਕਸ਼ਨ ਸੀਗੀਆਂ ਕਿ ਜਿਸ ਤਰ੍ਹਾਂ ਕਿ ਵੂਮੈਨਸ ਨੂੰ ਵੋਟ ਪਾਉਣ ਦਾ ਅਧਿਕਾਰ ਨਹੀਂ, ਜਿਸ ਤਰ੍ਹਾਂ ਜਿਹਦੇ ਕੋਲ ਇੰਨੀ ਜ਼ਮੀਨ ਹੈਗੀ ਆ ਉਹੀ ਬਸ ਵੋਟ ਪਾ ਸਕਦਾ, ਜਾਂ ਫਿਰ ਇੰਨੀ ਵੈਲਥ ਹੈਗੀ ਆ ਉਹੀ ਵੋਟ ਪਾ ਸਕਦਾ। ਮਤਲਬ ਕਿੰਨੀਆਂ ਹੀ ਜ਼ਿਆਦਾ ਰਿਸਟ੍ਰਿਕਸ਼ਨ ਸੀਗੀਆਂ। ਕਹਿਣ ਨੂੰ ਡਾਇਰੈਕਟ ਇਲੈਕਸ਼ਨ ਸੀਗੀ, ਪਰ ਇੱਕ ਪਰਟੀਕੂਲਰ ਜਿਹੜਾ ਸੁਸਾਇਟੀ ਸੀਗੀ ਉਹੀ ਡਾਇਰੈਕਟ ਇਲੈਕਟ ਕਰ ਸਕਦੀ ਸੀ ਕਿਸੇ ਮੈਂਬਰ ਨੂੰ, ਮਤਲਬ ਕਿ ਵੋਟ ਕਰ ਸਕਦੀ ਸੀਗੀ। ਤੇ ਨੈਕਸਟ ਪੁਆਇੰਟ ਦੇਖ ਲੈਂਦੇ, ਚੌਥਾ ਪੁਆਇੰਟ। ਤੇ ਇਸੇ ਐਕਟ ਦੇ ਵਿੱਚ ਕਿਹਾ ਗਿਆ ਜਿਹੜੀ ਵਾਇਸਰਾਏ ਦੀ ਐਗਜ਼ੀਕਿਊਟਿਵ ਕੌਂਸਲ ਹੋਏਗੀ ਉਹਦੇ ਵਿੱਚ 6 ਮੈਂਬਰ ਹੋਣਗੇ, ਤੇ ਉਸੇ 6 ਮੈਂਬਰਾਂ ਦੇ ਵਿੱਚ ਜਿਹੜੇ 3 ਹੋਣਗੇ ਉਹ ਇੰਡੀਅਨ ਹੋਣਗੇ। ਠੀਕ ਹੈ ਜੀ। ਤੇ 6 ਮੈਂਬਰ ਹੋਣਗੇ ਵਾਇਸਰਾਏ ਦੀ ਐਗਜ਼ੀਕਿਊਟਿਵ ਕੌਂਸਲ ਦੇ ਵਿੱਚ, ਤੇ ਉਹਦੇ ਵਿੱਚੋਂ 3 ਇੰਡੀਅਨਸ ਹੋਣਗੇ। ਤੇ ਪਰ ਉਹ ਜਿਹੜੇ 3 ਇੰਡੀਅਨ ਹੋਣਗੇ ਉਹ ਕਮਾਂਡਰ ਇਨ ਚੀਫ ਨਹੀਂ ਬਣ ਸਕਦੇ। ਠੀਕ ਹੈ, ਉਹ ਮਤਲਬ ਕਮਾਂਡਰ ਇਨ ਚੀਫ ਨਹੀਂ ਹੋਣੇ ਚਾਹੀਦੇ ਉਹ 3 ਮੈਂਬਰ। ਠੀਕ ਹੈ ਜੀ। ਨੈਕਸਟ ਪੁਆਇੰਟ ਹੈਗਾ ਐਕਸਟੈਂਸ਼ਨ ਆਫ ਕਮਿਊਨਲ ਰਿਪਰੈਜ਼ੈਂਟੇਸ਼ਨ। ਗਵਰਨਮੈਂਟ ਆਫ ਇੰਡੀਆ ਐਕਟ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਕਮਿਊਨਲ ਰਿਪਰੈਜ਼ੈਂਟੇਸ਼ਨ ਦਾ ਜਿਹੜਾ ਹੈਗਾ ਕਨਸੈਪਟ ਉਹਨੂੰ ਹੋਰ ਵਧਾਇਆ ਜਾਏ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਵੀ ਦੱਸਿਆ ਸੀਗਾ ਪ੍ਰੀਵੀਅਸ ਵੀਡੀਓ ਦੇ ਵਿੱਚ ਕਿ ਇਹਨਾਂ ਨੇ ਇੱਕ ਕਨਸੈਪਟ ਲਿਆਂਦਾ ਕਿ ਜਿਹੜਾ ਇੱਕ ਕਮੇਟੀ ਦਾ ਬੰਦਾ ਹੈਗਾ ਉਸੇ ਕਮੇਟੀ ਦੇ ਮੈਂਬਰ ਨੂੰ ਵੋਟ ਕਰ ਸਕਦਾ। ਜਿਸ ਤਰ੍ਹਾਂ ਇਹਨਾਂ ਨੇ ਮੁਸਲਿਮਸ ਦੇ ਵਾਸਤੇ ਸੈਪਰੇਟ ਇਲੈਕਟਡ ਦਾ ਸਿਸਟਮ ਲਿਆਂਦਾ ਸੀਗਾ ਕਿ ਮੁਸਲਿਮ ਜਿਹੜਾ ਹੈਗਾ ਇੱਕ ਮੁਸਲਿਮ ਬੰਦੇ ਨੂੰ ਹੀ ਵੋਟ ਪਾ ਸਕਦਾ, ਜਿਹਨੂੰ ਆਪਾਂ ਸੈਪਰੇਟ ਇਲੈਕਟਡ ਕਿਹਾ ਸੀਗਾ। ਅਤੇ ਇਸ ਐਕਟ ਦੇ ਵਿੱਚ ਕਿਹਾ ਗਿਆ ਇਹ ਚੀਜ਼ ਨੂੰ ਨਾ ਹੋਰ ਵਧਾਓ, ਮਤਲਬ ਕਿ ਇਸ ਚੀਜ਼ ਨੂੰ ਸਿੱਖਾਂ ਵਾਸਤੇ, ਇੰਡੀਅਨ ਕ੍ਰਿਸਚਨ ਵਾਸਤੇ, ਠੀਕ ਹੈ, ਐਂਗਲੋ ਇੰਡੀਅਨ ਵਾਸਤੇ, ਯੂਰੋਪੀਅਨ ਵਾਸਤੇ ਵੀ ਐਕਸਟੈਂਡ ਕਰੋ। ਮਤਲਬ ਉਹਨਾਂ 'ਤੇ ਵੀ ਇਹ ਚੀਜ਼ ਲਾਗੂ ਕਰੋ ਕਿ ਸਿੱਖ ਨੂੰ ਵੋਟ ਕਰ ਸਕਦਾ ਹੈ, ਇੰਡੀਅਨ ਕ੍ਰਿਸਚਨ ਨੂੰ ਵੀ ਵੋਟ ਕਰ ਸਕਦਾ। ਮਤਲਬ ਇਸ ਤਰ੍ਹਾਂ ਦਾ ਕਨਸੈਪਟ ਹੋਰ ਲੈ ਕੇ ਆਓ। ਮਤਲਬ ਆ ਜਾ ਕੇ ਇਹ ਇੰਡੀਅਨਸ ਨੂੰ ਹੋਰ ਤੋੜਨਾ ਚਾਹੁੰਦੇ ਸੀ, ਇੰਡੀਆ ਨੂੰ ਹੋਰ ਤੋੜਨਾ ਚਾਹੁੰਦੇ ਸੀ ਕਿਸੇ ਨਾ ਕਿਸੇ ਚੀਜ਼ ਕਰਕੇ। ਠੀਕ ਹੈ ਜੀ। ਨੈਕਸਟ ਪੁਆਇੰਟ 6ਵਾਂ, ਨਿਊ ਆਫਿਸ ਦਾ ਹਾਈ ਕਮਿਸ਼ਨ ਫॉर ਇੰਡੀਆ। ਮਤਲਬ ਕਿ ਇਹਦੇ ਵਿੱਚ ਕਿਹਾ ਗਿਆ ਕਿ ਇੱਕ ਹਾਈ ਕਮਿਸ਼ਨ ਦਾ ਆਫਿਸ ਬਣਾਇਆ ਜਾਏ ਲੰਡਨ ਦੇ ਵਿੱਚ, ਜਿਹੜਾ ਕਿ ਸੈਕਟਰੀ ਆਫ ਸਟੇਟ ਦਾ ਵੀ ਕੰਮ ਕਰੇਗਾ ਇੰਡੀਆ ਦੇ ਲਈ। ਠੀਕ ਹੈ ਜੀ। ਨੈਕਸਟ ਪੁਆਇੰਟ ਹੈਗਾ ਇਸੇ ਐਕਟ ਦੇ ਵਿੱਚ ਕਿਹਾ ਗਿਆ ਕਿ ਇੱਕ ਸੈਂਟਰਲ ਪਬਲਿਕ ਸਰਵਿਸ ਕਮਿਸ਼ਨ ਵੀ ਹੋਣਾ ਚਾਹੀਦਾ। ਇਸੇ ਐਕਟ ਦੇ ਵਿੱਚ ਫਿਰ ਜਾ ਕੇ ਅੱਗੇ ਇੱਕ ਲੀ ਕਮਿਸ਼ਨ ਬੈਠੀ ਸੀਗੀ, ਠੀਕ ਹੈ, ਜਿਹਨੇ ਮਤਲਬ ਆਪਣੀ ਰਿਪੋਰਟ ਸਬਮਿਟ ਕੀਤੀ ਸੀਗੀ ਕਿ ਹਾਂ ਇੱਕ ਸੱਚੀ ਸੈਂਟਰਲ ਪਬਲਿਕ ਸਰਵਿਸ ਕਮਿਸ਼ਨ ਹੋਣਾ ਚਾਹੀਦਾ। ਫਿਰ ਬਾਅਦ ਵਿੱਚ 1926 'ਚ ਜਾ ਕੇ ਉਹ ਸੈਂਟਰਲ ਪਬਲਿਕ ਕਮਿਸ਼ਨ ਇੱਕ ਬਣਾਈ ਗਈ ਸੀਗੀ। ਠੀਕ ਹੈ। ਨੈਕਸਟ ਦੇਖ ਲੈਂਦੇ ਹਾਂ। ਨੈਕਸਟ ਪੁਆਇੰਟ ਹੈਗਾ ਕਿ ਸੈਪਰੇਟ ਬਜਟ ਫॉर ਪ੍ਰੋਵਿੰਸ਼ੀਅਲ ਲੈਜਿਸਲੇਟਰ। ਇਸੇ ਐਕਟ ਵਿੱਚ ਕਿਹਾ ਗਿਆ ਕਿ ਆਪਾਂ ਇਹ ਪ੍ਰੋਵਿੰਸਿਸ ਨੂੰ ਅਲਾਓ ਕਰਦੇ ਹਾਂ ਜਾਂ ਆਥੋਰਾਈਜ਼ ਕਰਦੇ ਹਾਂ ਕਿ ਉਹ ਇੱਕ ਆਪਣਾ ਅਲੱਗ ਬਜਟ ਤਿਆਰ ਕਰ ਸਕਦੇ ਹਰ ਇੱਕ ਪ੍ਰੋਵਿੰਸਿਸ। ਜਿੱਦਾਂ ਅੱਜ ਹੁੰਦਾ ਨਾ ਸਟੇਟ ਆਪਣਾ ਬਜਟ ਮਤਲਬ ਅਲੱਗ ਬਣਾਉਂਦੀ ਹੈ, ਉਸੇ ਤਰ੍ਹਾਂ ਗਵਰਨਮੈਂਟ ਆਫ ਇੰਡੀਆ ਐਕਟ 1919 'ਚ ਕਿਹਾ ਗਿਆ ਕਿ ਜਿਹੜੀ ਪ੍ਰੋਵਿੰਸਿਸ ਹੈਗੀਆਂ ਉਹ ਆਪਣਾ ਸੈਪਰੇਟ ਬਜਟ ਬਣਾ ਸਕਦੀਆਂ। ਠੀਕ ਹੈ ਜੀ। ਨੈਕਸਟ ਪੁਆਇੰਟ ਦੇਖ ਲੈਂਦੇ ਹਾਂ 9ਵਾਂ। ਅਤੇ ਇਹਦੇ ਵਿੱਚ ਕਿਹਾ ਗਿਆ ਕਿ ਆਪਾਂ ਜਿੰਨਾ ਵੀ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਜੋ ਵੀ ਚੀਜ਼ਾਂ ਆਪਾਂ ਦੱਸੀਆਂ, ਅਤੇ ਇਸੇ ਚੀਜ਼ ਨੂੰ ਮਤਲਬ ਦੇਖਣ ਵਾਸਤੇ ਕਿ ਇਹ ਚੀਜ਼ਾਂ ਲਾਗੂ ਹੋਈਆਂ ਜਾਂ ਨਹੀਂ ਹੋਈਆਂ, ਮਤਲਬ ਕੀ ਅਸਰ ਪਿਆ ਹੈ ਗਵਰਨਮੈਂਟ ਆਫ ਇੰਡੀਆ ਐਕਟ 1919 ਦਾ। ਅਤੇ ਇਸੇ ਚੀਜ਼ ਨੂੰ ਦੇਖਣ ਲਈ 10 ਸਾਲ ਬਾਅਦ ਇੱਕ ਕਮਿਸ਼ਨ ਬਿਠਾਈ ਜਾਏਗੀ, ਜਿਹੜੀ ਕਿ ਇਸ ਚੀਜ਼ ਉੱਤੇ ਰਿਪੋਰਟ ਆਪਣੀ ਸਬਮਿਟ ਕਰੇਗੀ ਕਿ ਆਪਾਂ ਕਿਸ ਤਰ੍ਹਾਂ ਦਾ ਕੰਮ ਕੀਤਾ ਗਵਰਨਮੈਂਟ ਆਫ ਇੰਡੀਆ ਐਕਟ 1919 ਨੇ। ਠੀਕ ਹੈ। ਅਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਬਾਅਦ ਵਿੱਚ ਜਿਹੜਾ ਇਸੇ ਕਮਿਸ਼ਨ ਨੂੰ ਕਿਹਾ ਗਿਆ ਸਾਈਮਨ ਕਮਿਸ਼ਨ। ਠੀਕ ਹੈ। ਹੁਣ 1919 ਦੇ ਵਿੱਚ ਐਕਟ ਆਇਆ ਅਤੇ ਇਹਨਾਂ ਨੇ ਕਿਹਾ ਸੀਗਾ ਕਿ 10 ਸਾਲ ਬਾਅਦ ਇੱਕ ਕਮਿਸ਼ਨ ਬੈਠੇਗੀ ਇਹ ਸਾਰੀ ਚੀਜ਼ਾਂ ਨੂੰ ਦੇਖਣ ਵਾਸਤੇ, ਪਰ 1929 ਦੇ ਵਿੱਚ ਉਹ ਕਮਿਸ਼ਨ ਆਉਣੀ ਸੀਗੀ 10 ਸਾਲ ਬਾਅਦ, ਪਰ 2 ਸਾਲ ਪਹਿਲੇ ਹੀ 1927 ਦੇ ਵਿੱਚ ਉਹ ਕਮਿਸ਼ਨ ਆ ਜਾਂਦੀ ਹੈ, ਜਿਹਨੂੰ ਆਪਾਂ ਸਾਈਮਨ ਕਮਿਸ਼ਨ ਕਹਿੰਦੇ ਹਾਂ। ਜੇ ਤੁਸੀਂ ਹਿਸਟਰੀ ਪੜ੍ਹੀ ਹੋਏ ਤਾਂ ਤੁਹਾਨੂੰ ਪਤਾ ਹੋਏ ਕਿ ਮਤਲਬ ਕਾਫੀ ਬਵਾਲ ਹੋਇਆ ਸੀਗਾ ਉਸ ਟਾਈਮ 'ਤੇ। ਲਾਲਾ ਲਾਜਪਤ ਰਾਏ ਜੀ ਨੇ ਕਾਫੀ ਵਿਦਰੋਹ ਕੀਤਾ ਸੀਗਾ ਕਿ ਸਾਈਮਨ ਗੋ ਬੈਕ ਦੇ ਨਾਅਰੇ ਲੱਗੇ ਸੀਗੇ। ਕਿਉਂ ਲੱਗੇ ਸੀਗੇ? ਕਿਉਂਕਿ ਇਹਦੇ ਵਿੱਚ ਜਿੰਨੇ ਵੀ ਮੈਂਬਰ ਸੀਗੇ ਉਹ ਸਾਰੇ ਮਤਲਬ ਬ੍ਰਿਟਿਸ਼ ਸੀਗੇ। ਠੀਕ ਹੈ ਨਾ। ਅਤੇ ਆਪਾਂ ਹਿਸਟਰੀ ਦੇ ਪੁਆਇੰਟ ਆਫ ਵਿਊ ਨੂੰ ਨਹੀਂ ਲੈ ਕੇ ਚੱਲਦੇ, ਆਪਾਂ ਪੋਲਿਟੀ ਦੇ ਪੁਆਇੰਟ ਆਫ ਵਿਊ ਨੂੰ ਲੈ ਕੇ ਚੱਲਦੇ ਹਾਂ। ਠੀਕ ਹੈ। ਜਦੋਂ ਆਪਾਂ ਹਿਸਟਰੀ ਪੜ੍ਹਾਂਗੇ ਉਹਦੇ ਵਿੱਚ ਸਾਰਾ ਕਨਸੈਪਟ ਸਮਝਾਂਗੇ। ਅਤੇ ਸਾਈਮਨ ਕਮਿਸ਼ਨ ਦੇ ਬਾਰੇ ਜਾਣ ਲੈਂਦੇ ਹਾਂ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ 2 ਸਾਲ ਪਹਿਲੇ ਹੀ ਇਹ ਕਮਿਸ਼ਨ ਆ ਗਈ ਸੀਗੀ, 1929 ਦੇ ਵਿੱਚ ਆਉਣੀ ਸੀਗੀ, 1927 ਦੇ ਵਿੱਚ ਆ ਗਈ। 7 ਮੈਂਬਰ ਦੀ ਕਮਿਸ਼ਨ ਸੀਗੀ, ਜਿਹਦੇ ਚੇਅਰਮੈਨ ਸੀਗੇ ਸਰ ਜੌਨ ਸਾਈਮਨ, ਜਿਨ੍ਹਾਂ ਦੇ ਉੱਤੇ ਇਸ ਕਮਿਸ਼ਨ ਦਾ ਨਾਂ ਵੀ ਸੀਗਾ। ਜਿਹੜੇ ਸਾਰੇ ਮੈਂਬਰ ਸੀਗੇ ਉਹ ਸਾਰੇ ਬ੍ਰਿਟਿਸ਼ ਸੀਗੇ।
ਤੇ ਇੰਡੀਆ ਦੀ ਜਿੰਨੀ ਵੀ ਪਾਰਟੀ ਸੀਗੀਆਂ, ਚਾਹੇ ਉਹ ਇੰਡੀਅਨ ਨੈਸ਼ਨਲ ਕਾਂਗਰਸ ਹੋਏ, ਮੁਸਲਿਮ ਲੀਗ ਹੋਏ ਜਾਂ ਫਿਰ ਜਿੰਨੀਆਂ ਵੀ ਛੋਟੀ ਮੋਟੀ ਪਾਰਟੀ ਸੀਗੀਆਂ, ਉਹਨਾਂ ਨੇ ਸਾਰਿਆਂ ਨੇ ਇਹਨੂੰ ਬੋਇਕਾਟ ਕਰਤਾ, ਮਤਲਬ ਇਹਨੂੰ ਖਾਰਿਜ ਕਰਤਾ। ਇਹਨਾਂ ਨੇ ਸਾਰਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਸਾਰੀ ਪਾਰਟੀਜ਼ ਕੋਲ ਗਏ, ਕਿਸੇ ਨੇ ਇਹਨਾਂ ਦੀ ਗੱਲ ਨਹੀਂ ਮੰਨੀ, ਸਾਰਿਆਂ ਨੇ ਇਹਨਾਂ ਨੂੰ ਬੋਇਕਾਟ ਕਰਤਾ। ਠੀਕ ਹੈ, ਫਿਰ ਇਸ ਕਮਿਸ਼ਨ ਨੇ ਕੀ ਕੀਤਾ, ਸਾਰਿਆਂ ਨੇ ਜਦੋਂ ਗੱਲ ਨਹੀਂ ਮੰਨੀ ਤੇ ਆਪੇ ਹੀ ਇਹਨਾਂ ਨੇ ਰਿਪੋਰਟ ਆਪਣੀ ਸਬਮਿਟ ਕਰਤੀ 1930 ਦੇ ਵਿੱਚ। ਠੀਕ ਹੈ ਜੀ, ਇਹ ਸੀਗਾ ਸਾਈਮਨ ਕਮਿਸ਼ਨ ਬਾਰੇ। ਹੁਣ ਆਪਾਂ ਅੱਗੇ ਨੈਕਸਟ ਦੇਖ ਲੈਂਦੇ ਹਾਂ ਕਿ ਸਾਈਮਨ ਕਮਿਸ਼ਨ ਨੇ ਕੀ ਆਪਣੀ ਜਿਹੜੀ ਰਿਕਮੈਂਡੇਸ਼ਨਾਂ ਦਿੱਤੀਆਂ ਕਿ ਕੀ ਹੋਣੇ ਚਾਹੀਦਾ। ਸਭ ਤੋਂ ਪਹਿਲੀ ਸੀਗੀ ਅਬੋਲਿਸ਼ਨ ਆਫ ਡਾਇਰਕੀ। ਇੱਕ ਹਿਸਾਬ ਦੀ ਸਹੀ ਸੀਗੀ ਕਿ ਮਤਲਬ ਜਿਹੜਾ 1919 ਐਕਟ ਦੇ ਅੰਦਰ ਤੁਸੀਂ ਡਾਇਰਕੀ ਸਿਸਟਮ ਲਿਆਂਦਾ ਕਿ ਉਹਨੂੰ ਅਬੋਲਿਸ਼ ਕਰ ਦਿਓ, ਹੈ ਨਾ। ਤੁਹਾਨੂੰ ਦੱਸਿਆ ਸੀਗਾ ਨਾ ਕਿ 1919 ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1919 ਦੇ ਵਿੱਚ ਜਿਹੜਾ ਡਾਇਰਕੀ ਸਿਸਟਮ ਲਿਆਂਦਾ ਸੀਗਾ, ਅਤੇ ਸਾਈਮਨ ਕਮਿਸ਼ਨ ਦੀ ਰਿਪੋਰਟ ਨੇ ਕਿਹਾ ਕਿ ਇਹਨੂੰ ਅਬੋਲਿਸ਼ ਕਰ ਦਿਓ। ਠੀਕ ਹੈ, ਨੈਕਸਟ ਪੁਆਇੰਟ, ਰਿਸਪੋਂਸੀਬਲ ਗਵਰਨਮੈਂਟ ਬਣਾਓ ਪ੍ਰੋਵਿੰਸਿਸ ਦੇ ਵਿੱਚ। ਠੀਕ ਹੈ, ਸਾਈਮਨ ਕਮਿਸ਼ਨ ਦਾ ਕਹਿਣਾ ਸੀਗਾ ਕਿ ਇੱਕ ਰਿਸਪੋਂਸੀਬਲ ਗਵਰਨਮੈਂਟ ਹੋਣੀ ਚਾਹੀਦੀ ਹੈ ਸਾਰੀ ਪ੍ਰੋਵਿੰਸਿਸ ਦੇ ਵਿੱਚ, ਇੰਡੀਆ ਦੇ ਵਿੱਚ। ਅਤੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਫੈਡਰੇਸ਼ਨ ਆਫ ਦਾ ਬ੍ਰਿਟਿਸ਼ ਇੰਡੀਆ ਐਂਡ ਪ੍ਰਿੰਸਲੀ ਸਟੇਟ ਬਣਾਓ, ਮਤਲਬ ਕਿ ਇੱਕ ਗੱਠਜੋੜ ਬਣਾਓ ਬ੍ਰਿਟਿਸ਼ ਇੰਡੀਆ ਦਾ ਅਤੇ ਪ੍ਰਿੰਸਲੀ ਸਟੇਟ ਦਾ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਪ੍ਰਿੰਸਲੀ ਸਟੇਟ ਦੇ ਵਿੱਚ ਰਾਜੇ ਰਜਵਾੜੇ ਰਾਜ ਕਰਦੇ ਸੀਗੇ। ਠੀਕ ਹੈ, ਪਰ ਉਹਨਾਂ ਬ੍ਰਿਟਿਸ਼ ਸਰਕਾਰ ਦਾ ਉੱਤੇ ਕਾਨੂੰਨ ਨਹੀਂ ਚੱਲਦਾ, ਰਾਜੇ ਰਜਵਾੜੇ ਆਪਣੇ ਹਿਸਾਬ ਨਾਲ ਕਾਨੂੰਨ ਬਣਾ ਕੇ ਉੱਥੇ ਚਲਾਉਂਦੇ ਸੀਗੇ। ਕਿਉਂਕਿ ਜਿੰਨੇ ਵੀ ਰਾਜੇ ਰਜਵਾੜੇ ਸੀਗੇ ਉਹ ਬ੍ਰਿਟਿਸ਼ ਸਰਕਾਰ ਨੂੰ ਪੈਸਾ ਭੇਜਦੇ ਸੀਗੇ, ਇਸ ਕਰਕੇ ਬ੍ਰਿਟਿਸ਼ ਵੀ ਕਹਿੰਦੇ ਸੀ ਜਿਸ ਤਰ੍ਹਾਂ ਮਰਜ਼ੀ ਤੁਸੀਂ ਆਪਣੇ ਰਾਜੇ 'ਚ ਕਰੀ ਜਾਓ, ਮਾਰੋ ਕੁੱਟੋ ਜਿਹਨੂੰ ਮਰਜ਼ੀ ਜੋ ਮਰਜ਼ੀ ਕਰੋ। ਠੀਕ ਹੈ ਜੀ, ਤੇ ਨੈਕਸਟ ਪੁਆਇੰਟ ਹੈ ਕੰਟੀਨਿਊ ਆਫ ਕਮਿਊਨਲ ਇਲੈਕਟਡ। ਅਤੇ ਸਾਈਮਨ ਕਮਿਸ਼ਨ ਦੇ ਵਿੱਚ ਕਿਹਾ ਗਿਆ ਜਿਹੜਾ ਤੁਸੀਂ ਸੈਪਰੇਟ ਇਲੈਕਟਡ ਦਾ ਕੰਸੈਪਟ ਲਿਆਂਦਾ ਹੈ ਅਤੇ ਉਹਨੂੰ ਕੰਟੀਨਿਊ ਰੱਖੋ। ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਹੈਗਾ ਕਿ ਇਹਨਾਂ ਨੇ ਸੈਪਰੇਟ ਇਲੈਕਟਡ ਦਾ ਕੰਸੈਪਟ ਮਤਲਬ ਲਿਆਂਦਾ ਸੀਗਾ ਕਿ ਮੁਸਲਿਮ ਨੂੰ ਵੋਟ ਪਾ ਸਕਦਾ, ਅਤੇ ਉਹਦੇ ਬਾਅਦ 'ਚੋਂ ਇਹਨਾਂ ਨੇ ਬਾਕੀ ਚੀਜ਼ਾਂ ਬਾਕੀਆਂ ਨੂੰ ਵੀ ਕਵਰ ਕੀਤਾ, ਜਿਸ ਤਰ੍ਹਾਂ ਸਿੱਖਾਂ ਵਾਸਤੇ ਵੀ ਇਹਨਾਂ ਨੇ ਐਕਸਟੈਂਡ ਕਰਤਾ, ਇੰਡੀਅਨ ਐਂਗਲੋ ਵਾਸਤੇ ਵੀ ਇਹ ਵਾਲਾ ਕੰਸੈਪਟ ਐਕਸਟੈਂਡ ਕਰਤਾ। ਮਤਲਬ ਸਾਈਮਨ ਕਮਿਸ਼ਨ ਨੇ ਕਿਹਾ ਕਿ ਇਸ ਚੀਜ਼ ਨੂੰ ਹੋਰ ਵਧਾਓ, ਮਤਲਬ ਹੋਰ ਐਕਸਟੈਂਡ ਕਰੋ ਇਸ ਚੀਜ਼ ਨੂੰ, ਮਤਲਬ ਕਿਤੇ ਨਾ ਕਿਤੇ ਇੰਡੀਆ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀਗੇ ਸਾਰੇ, ਹੈ ਨਾ। ਇਸ ਤੋਂ ਬਾਅਦ ਕੀ ਹੁੰਦਾ ਕਿ ਸਾਈਮਨ ਕਮਿਸ਼ਨ ਨੇ ਜੋ ਵੀ ਮਤਲਬ ਗੱਲਾਂ ਕਹੀਆਂ ਆਪਣੀ ਰਿਪੋਰਟ ਦੇ ਵਿੱਚ, ਇਹਨਾਂ ਨੇ ਕਿਹਾ ਕਿ ਇੱਕ ਰਾਊਂਡ ਟੇਬਲ ਕਾਨਫਰੰਸ ਹੋਣੀ ਚਾਹੀਦੀ ਹੈ ਜਿਹਦੇ ਵਿੱਚ ਇਹ ਚੀਜ਼ਾਂ ਲਾਗੂ ਕੀਤੀਆਂ ਜਾਣਗੀਆਂ ਬੈਠ ਕੇ। ਠੀਕ ਹੈ, ਅਤੇ ਇਸ ਤਰ੍ਹਾਂ ਦੀਆਂ 3 ਰਾਊਂਡ ਟੇਬਲ ਕਾਨਫਰੰਸਿਸ ਹੋਈਆਂ ਜਿਹਦੇ ਵਿੱਚ ਇਹਨਾਂ ਨੇ ਕੀ ਕਿਹਾ ਕਿ ਕੌਣ ਆਏਗਾ, ਬ੍ਰਿਟਿਸ਼ ਸਰਕਾਰ ਦੇ ਰਿਪਰੈਜ਼ੈਂਟੇਟਿਵ ਹੋਣਗੇ, ਬ੍ਰਿਟਿਸ਼ ਇੰਡੀਆ ਦੇ ਰਿਪਰੈਜ਼ੈਂਟੇਟਿਵ ਹੋਣਗੇ, ਅਤੇ ਇੰਡੀਅਨ ਪ੍ਰਿੰਸਲੀ ਸਟੇਟ ਦੇ ਵੀ ਕੁਝ ਬੰਦੇ ਹੋਣਗੇ। ਕੁਛ ਇੰਡੀਅਨ ਪਾਰਟੀ ਦੇ ਲੋਕ ਖੁਸ਼ ਵੀ ਸੀਗੇ ਕਿ ਲੰਡਨ ਜਾਣ ਦਾ ਮੌਕਾ ਮਿਲਣਾ, ਕਿਉਂਕਿ ਇਹ ਜਿਹੜੀ ਜਿੰਨੀਆਂ ਵੀ ਕਾਨਫਰੰਸਿਸ ਹੋਣੀਆਂ ਸੀ ਰਾਊਂਡ ਟੇਬਲ ਕਾਨਫਰੰਸਿਸ ਉਹ ਲੰਡਨ ਦੇ ਵਿੱਚ ਹੋਣੀਆਂ ਸੀ। ਤੁਹਾਨੂੰ ਪਤਾ ਕਿ ਹਿਸਟਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਇਹ ਰਾਊਂਡ ਟੇਬਲ ਕਾਨਫਰੰਸਿਸ ਜਿਹੜੀ ਹੈਗੀਆਂ ਉਹ ਕਾਫੀ ਇੰਪੋਰਟੈਂਟ ਹੈਗੀਆਂ, ਕਿਉਂਕਿ ਕੁਐਸਚਨ ਪੁੱਛਿਆ ਜਾਂਦਾ ਹੈ ਕਿ ਇਹ 3 ਜਿਹੜੀਆਂ ਰਾਊਂਡ ਟੇਬਲ ਕਾਨਫਰੰਸਿਸ ਹੋਈਆਂ ਸੀਗਾ ਕਦੋਂ ਹੋਈਆਂ ਸੀਗੀਆਂ, ਅਤੇ ਗਾਂਧੀ ਜੀ ਨੇ ਕਿਹੜੀ ਰਾਊਂਡ ਟੇਬਲ ਕਾਨਫਰੰਸ ਅਟੈਂਡ ਕੀਤੀ ਸੀਗੀ, ਜਾਂ ਫਿਰ BR ਅੰਬੇਦਕਰ ਜੀ ਨੇ ਕਿਹੜੀ ਰਾਊਂਡ ਟੇਬਲ ਕਾਨਫਰੰਸ ਅਟੈਂਡ ਕੀਤੀ ਸੀਗੀ। ਜੇ ਤੁਹਾਨੂੰ ਇਹ ਦੋਨੋਂ ਕੁਐਸਚਨਾਂ ਦੇ ਜਵਾਬ ਪਤਾ ਤਾਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸੋ। ਠੀਕ ਹੈ, ਅਤੇ ਆਪਾਂ ਹਿਸਟਰੀ ਦਾ ਪੁਆਇੰਟ ਨਹੀਂ ਲੈ ਕੇ ਚੱਲਦੇ, ਆਪਾਂ ਪੋਲਿਟੀ ਦੇ ਪੁਆਇੰਟ ਆਫ ਵਿਊ ਨਾਲ ਸਮਝਦੇ ਹਾਂ। ਠੀਕ ਹੈ, ਅਤੇ ਇਹ ਤਿੰਨੋਂ ਰਾਊਂਡ ਟੇਬਲ ਕਾਨਫਰੰਸਿਸ ਦਾ ਜੋ ਵੀ ਰਿਜ਼ਲਟ ਨਿਕਲਿਆ, ਜੋ ਵੀ ਨਿਚੋੜ ਨਿਕਲਿਆ, ਉਹਦੀ ਇੱਕ ਰਿਪੋਰਟ ਬਣਾਈ ਗਈ। ਉਸ ਰਿਪੋਰਟ ਨੂੰ ਬਾਅਦ ਵਿੱਚ ਕੀ ਕਿਹਾ ਗਿਆ, ਵਾਈਟ ਪੇਪਰ ਔਨ ਕੌਂਸਟੀਟਿਊਸ਼ਨਲ ਰਿਫੋਰਮਸ, ਜਿਹੜੀ ਕਿ ਬਾਅਦ 'ਚੋਂ ਜੁਆਇੰਟ ਸਿਲੈਕਟ ਕਮੇਟੀ ਆਫ ਦਾ ਬ੍ਰਿਟਿਸ਼ ਪਾਰਲੀਮੈਂਟ ਨੂੰ ਸਬਮਿਟ ਕੀਤੀ ਗਈ। ਠੀਕ ਹੈ ਜੀ, ਅਤੇ ਇਹ ਸੀਗਾ ਸਾਰਾ ਸਾਈਮਨ ਕਮਿਸ਼ਨ ਦਾ ਅਤੇ ਰਾਊਂਡ ਟੇਬਲ ਕਾਨਫਰੰਸਿਸ ਦਾ। ਨੈਕਸਟ ਆਪਾਂ ਪੜ੍ਹਦੇ ਹਾਂ ਕਮਿਊਨਲ ਅਵਾਰਡ। ਅਤੇ ਕਮਿਊਨਲ ਅਵਾਰਡ ਜਿਹੜਾ ਸੀਗਾ ਉਹ ਅਗਸਤ 1932 ਦੇ ਵਿੱਚ ਆਇਆ ਸੀਗਾ, ਅਤੇ ਉਸ ਟਾਈਮ 'ਤੇ ਜਿਹੜੇ ਪ੍ਰਾਈਮ ਮਿਨਿਸਟਰ ਸੀਗੇ, ਬ੍ਰਿਟਿਸ਼ ਪ੍ਰਾਈਮ ਮਿਨਿਸਟਰ, ਉਹ ਸੀਗੇ ਰੈਮਸੇ ਮੈਕਡੋਨਲਡ। ਉਹਨਾਂ ਨੇ ਇੱਕ ਅਨਾਊਂਸਮੈਂਟ ਕੀਤੀ। ਕੀ ਅਨਾਊਂਸਮੈਂਟ ਕੀਤੀ ਕਿ ਜਿਹੜੀ ਤੁਸੀਂ ਸਕੀਮ ਲਿਆਂਦੇ ਦੀ ਰਿਪਰੈਜ਼ੈਂਟੇਸ਼ਨ ਦੀ, ਇਹਨੂੰ ਐਕਸਟੈਂਡ ਕਰਕੇ ਮਾਈਨੋਰਟੀਜ਼ ਵਾਸਤੇ ਵੀ ਚਲਾਓ। ਮਤਲਬ ਕਿ ਜਿਹੜਾ ਸੈਪਰੇਟ ਇਲੈਕਟੋਰੇਟ ਦਾ ਸਿਸਟਮ ਹੈ ਤੁਹਾਨੂੰ ਦੱਸਿਆ ਸੀਗਾ, ਉਹ ਕਹਿੰਦੇ ਕਿ ਇਹਨਾਂ ਨੂੰ ਡਿਪਰੈਸ ਕਲਾਸਾਂ ਹੈਗੇ ਜਿਹੜੀ ਇੰਡੀਆ ਦੀ, ਸ਼ੈਡਿਊਲ ਕਾਸਟ ਹੋ ਗਏ, ਸ਼ੈਡਿਊਲ ਟਰਾਈਬ ਹੋ ਗਏ, ਉਹਨਾਂ ਉੱਤੇ ਵੀ ਲਾਗੂ ਕਰੋ। ਠੀਕ ਹੈ, ਮਤਲਬ ਕਿ ਪੂਰੀ ਕਿਸੇ ਨਾ ਕਿਸੇ ਤਰੀਕੇ ਨਾਲ ਇੰਡੀਆ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਪਹਿਲੇ ਹੀ ਮੁਸਲਿਮਸ ਨੂੰ ਅਲੱਗ ਕਰਤਾ, ਸਿੱਖਾਂ ਨੂੰ ਅਲੱਗ ਕਰਤਾ, ਮਤਲਬ ਇੱਕ ਤਰ੍ਹਾਂ ਦਾ ਪੂਰੇ ਇੰਡੀਆ ਨੂੰ ਤੋੜਤਾ। ਅਤੇ ਹੁਣ ਇਹ ਕਹਿੰਦੇ ਕਿ ਸ਼ੈਡਿਊਲ ਟਰਾਈਬ ਵਾਸਤੇ ਵੀ ਸੈਪਰੇਟ ਇਲੈਕਟੋਰੇਟ ਕਰੋ, ਸ਼ੈਡਿਊਲ ਕਾਸਟ ਵਾਸਤੇ ਵੀ ਸੈਪਰੇਟ ਇਲੈਕਟੋਰੇਟ ਕਰੋ। ਠੀਕ ਹੈ, ਮਤਲਬ ਕਿ ਪੂਰੀ ਤਰੀਕੇ ਨਾਲ ਇੰਡੀਆ ਨੂੰ ਤੋੜਨਾ ਚਾਹੁੰਦੇ ਸੀਗੇ। ਠੀਕ ਹੈ, ਪਰ ਇਸ ਸਾਰੀ ਚੀਜ਼ ਤੋਂ ਗਾਂਧੀ ਜੀ ਬੜੇ ਨਾਰਾਜ਼ ਸੀਗੇ। ਉਸ ਟਾਈਮ 'ਤੇ ਗਾਂਧੀ ਜੀ ਜਿਹੜੇ ਸੀਗੇ ਯੇਰਾਵਾੜਾ ਜੇਲ੍ਹ ਦੇ ਵਿੱਚ ਸੀਗੇ, ਪੂਨਾ ਦੇ ਵਿੱਚ। ਜਦੋਂ ਇਹ ਗੱਲ ਉਹਨਾਂ ਨੂੰ ਪਤਾ ਚੱਲੀ, ਉਹਨਾਂ ਨੂੰ ਬੜਾ ਮਤਲਬ ਦੁੱਖ ਲੱਗਿਆ, ਅਤੇ ਉਹਨਾਂ ਨੇ ਕੀ ਕਿਹਾ ਕਿ ਮੈਂ ਜਦੋਂ ਤੱਕ ਇਹ ਚੀਜ਼ ਖਤਮ ਨਹੀਂ ਹੁੰਦੀ, ਮੈਂ ਉਦੋਂ ਤੱਕ ਆਮਰਨ ਅਨਸ਼ਨ 'ਤੇ ਰਹਾਂਗਾ, ਮਤਲਬ ਕਿ ਫਾਸਟ ਅੰਤੂ ਡੈਥ 'ਤੇ ਰਹਾਂਗਾ। ਅਤੇ ਉਸੇ ਜੇਲ੍ਹ ਦੇ ਵਿੱਚ ਉਹਨਾਂ ਨੇ ਅਨਸ਼ਨ ਸ਼ੁਰੂ ਕਰਤਾ। ਕਾਫੀ ਲੀਡਰਾਂ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, BR ਅੰਬੇਦਕਰ ਜੀ ਵੀ ਗਏ। ਫਿਰ ਬਾਅਦ 'ਚ ਸਾਰਿਆਂ ਦੇ ਵਿੱਚ ਐਗਰੀਮੈਂਟ ਹੋ ਜਾਂਦਾ। ਠੀਕ ਹੈ, ਲੀਡਰ ਆਫ ਕਾਂਗਰਸ ਅਤੇ ਡਿਪਰੈਸ ਕਲਾਸਾਂ ਦੇ ਜਿਹੜੇ ਲੀਡਰ ਹੈਗੇ ਸੀਗੇ
ਉਹਨਾਂ ਦੇ ਵਿੱਚ ਐਗਰੀਮੈਂਟ ਹੋ ਜਾਂਦਾ ਤੇ ਉਸੇ ਐਗਰੀਮੈਂਟ ਨੂੰ ਕੀ ਕਿਹਾ ਜਾਂਦਾ, ਪੂਨਾ ਪੈਕਟ। ਹਿਸਟਰੀ ਦੇ ਪੁਆਇੰਟ ਆਫ ਵਿਊ ਨਾਲ ਵੀ ਇਹ ਪੂਨਾ ਪੈਕਟ ਬੜਾ ਹੀ ਇੰਪੋਰਟੈਂਟ ਹੈਗਾ। ਇਹਦੇ ਵਿੱਚ ਕੀ ਕਿਹਾ ਗਿਆ ਕਿ ਜਿਹੜਾ ਵੀ ਰਿਪਰੈਜ਼ੈਂਟੇਸ਼ਨ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਾਈਨੋਰਿਟੀਜ਼ ਵਾਸਤੇ, ਤੇ ਤੁਸੀਂ ਪਹਿਲੇ ਹੀ ਸਭ ਕੁਝ ਤੋੜ ਚੁੱਕੇ ਹੋ। ਜੇ ਤੁਸੀਂ ਅੱਗੇ ਹਿੰਦੂਆਂ ਨੂੰ ਵੀ ਤੋੜਨ ਦੀ ਕੋਸ਼ਿਸ਼ ਕਰ ਰਹੇ ਹੋ ਕਾਸਟ ਬੇਸ ਤੇ ਇਹ ਚੀਜ਼ ਨਹੀਂ ਹੋਏਗੀ, ਠੀਕ ਹੈ। ਪੂਨਾ ਪੈਕਟ 'ਚ ਇਸ ਐਗਰੀਮੈਂਟ ਦੇ ਵਿੱਚ ਜਿਹੜਾ ਪੂਨਾ ਪੈਕਟ ਦਾ ਐਗਰੀਮੈਂਟ ਹੈਗਾ, ਇਸ ਵਿੱਚ ਇਸ ਚੀਜ਼ ਨੂੰ ਨਕਾਰ ਦਿੱਤਾ ਗਿਆ, ਇਹਨੂੰ ਅਬੋਲਿਸ਼ ਕਰ ਦਿੱਤਾ ਗਿਆ। ਤੇ ਇਸ ਤੋਂ ਇਲਾਵਾ ਕਿਹਾ ਗਿਆ ਕਿ ਜੀ ਇੰਡੀਆ ਦੇ ਵਿੱਚ ਜਿੰਨੀਆਂ ਵੀ ਡਿਪਰੈਸ ਕਲਾਸਾਂ ਹੈਗੀਆਂ ਉਹਨਾਂ ਵਾਸਤੇ ਜਿਹੜੀ ਰਿਜ਼ਰਵੇਸ਼ਨ ਵੀ ਲਿਆਈ ਜਾਏਗੀ ਸੀਟਾਂ ਦੇ ਵਿੱਚ, ਠੀਕ ਹੈ ਜੀ। ਆਈ ਹੋਪ ਤੁਹਾਨੂੰ ਇਹਨਾਂ ਸਮਝ ਲੱਗ ਗਿਆ ਹੋਣਾ। ਨੈਕਸਟ ਦੇਖ ਲੈਂਦੇ ਹਾਂ। ਨੈਕਸਟ ਸਾਡੇ ਕੋਲ ਹੈਗਾ ਗਵਰਨਮੈਂਟ ਆਫ ਇੰਡੀਆ ਐਕਟ 1935। ਇਹ ਵੀ ਕਾਫੀ ਜ਼ਿਆਦਾ ਇੰਪੋਰਟੈਂਟ ਹੈਗਾ ਕਿਉਂਕਿ ਇਹਦੇ ਵਿੱਚੋਂ ਵੀ ਕਾਫੀ ਚੀਜ਼ਾਂ ਡਾਇਰੈਕਟਲੀ ਸਾਡੇ ਕੌਨਸਟੀਟਿਊਸ਼ਨ ਦੇ ਵਿੱਚ ਲਈਆਂ ਗਈਆਂ ਹੈਗੀਆਂ। ਇਸ ਤੋਂ ਇਲਾਵਾ ਇਹਦੇ ਵਿੱਚ ਕੁਝ ਇਸ ਤਰ੍ਹਾਂ ਦੀ ਇਸਟੈਬਲਿਸ਼ਮੈਂਟ ਹੋਈਆਂ ਸੀਗੀਆਂ ਜਿਹੜੀ ਕਿ ਅੱਜ ਵੀ ਹੋਂਦ ਵਿੱਚ ਹੈਗੀਆਂ, ਠੀਕ ਹੈ ਜੀ। ਇਹਨੂੰ ਵੀ ਦੇਖ ਲੈਂਦੇ ਹਾਂ। ਸਭ ਤੋਂ ਪਹਿਲੇ ਇਹਦੇ ਵਿੱਚ ਕਿਹਾ ਗਿਆ ਕਿ ਇੱਕ ਆਲ ਇੰਡੀਆ ਫੈਡਰੇਸ਼ਨ ਇਸਟੈਬਲਿਸ਼ ਕੀਤੀ ਜਾਏਗੀ, ਜਿਹਦੇ ਵਿੱਚ ਕੀ ਹੋਏਗਾ ਕਿ ਸਾਰੀਆਂ ਪ੍ਰੋਵਿੰਸਿਸ ਨੂੰ ਮਿਲਾਇਆ ਜਾਏਗਾ ਤੇ ਸਾਰੀਆਂ ਪ੍ਰਿੰਸਲੀ ਸਟੇਟਸ ਨੂੰ ਮਿਲਾ ਕੇ ਇੱਕ ਯੂਨਿਟ ਤਿਆਰ ਕੀਤੀ ਜਾਏਗੀ। ਮਤਲਬ ਕਿ ਇਹ ਸਾਰੀਆਂ ਪ੍ਰਿੰਸਲੀ ਸਟੇਟਸ ਨੂੰ ਵੀ ਆਪਣੇ ਅੰਡਰ ਲੈਣਾ ਚਾਹੁੰਦੇ ਸੀਗੇ, ਠੀਕ ਹੈ। ਤੇ ਇਹਦੇ ਵਿੱਚ ਕਿਹਾ ਗਿਆ ਕਿ 3 ਪ੍ਰਕਾਰ ਦੀ ਲਿਸਟ ਬਣਾਈ ਜਾਏਗੀ, ਫੈਡਰਲ ਲਿਸਟ, ਪ੍ਰੋਵਿੰਸ਼ੀਅਲ ਲਿਸਟ ਤੇ ਕੌਨਕਰੈਂਟ ਲਿਸਟ। ਤੇ ਜਿਹੜੇ ਫੈਡਰਲ ਲਿਸਟ ਦੇ ਵਿੱਚ ਜਿਹੜੇ ਸਬਜੈਕਟ ਹੋਣਗੇ ਉਹਦੇ ਉੱਤੇ ਸੈਂਟਰਲ ਲਾਅ ਬਣਾ ਸਕਦਾ, ਤੇ ਜਿਹੜੀ ਪ੍ਰੋਵਿੰਸ਼ੀਅਲ ਲਿਸਟ ਹੋਏਗੀ ਉਹਦੇ ਵਿੱਚ ਜਿਹੜੇ ਸਬਜੈਕਟ ਹੋਣਗੇ ਉਹਦੇ ਉੱਤੇ ਪ੍ਰੋਵਿੰਸਿਸ ਸਬਜੈਕਟ ਬਣਾ ਸਕਦੀ ਹੈ। ਤੇ ਜਿਹੜੀ ਤੀਸਰੀ ਕੌਨਕਰੈਂਟ ਲਿਸਟ ਹੋਏਗੀ ਤੇ ਉਹਦੇ ਵਿੱਚ ਜਿਹੜੇ ਸਬਜੈਕਟ ਹੋਣਗੇ ਉਹਨਾਂ ਉੱਤੇ ਸੈਂਟਰ ਤੇ ਪ੍ਰੋਵਿੰਸਿਸ ਦੋਨੋਂ ਲਾਅ ਬਣਾ ਸਕਦੀਆਂ। ਤੇ ਇਹਦੇ ਵਿੱਚ ਹੀ ਲਾਸਟ 'ਚ ਕਿਹਾ ਗਿਆ ਕਿ ਜਿਹੜੀ ਰੈਜੀਟਰੀ ਪਾਵਰ ਹੋਏਗੀ ਉਹ ਵਾਇਸਰੋਏ ਕੋਲ ਹੋਏਗੀ। ਹੁਣ ਰੈਜੀਟਰੀ ਪਾਵਰ ਮੈਂ ਸਮਝਾ ਦਿੰਦਾ ਕੀ ਹੈਗੀ ਹੈ, ਕਿ ਮਤਲਬ ਕਿ ਐਸੇ ਸਬਜੈਕਟ ਜਿਹੜੇ ਨਾ ਕਿ ਫੈਡਰਲ ਲਿਸਟ 'ਚ ਆਉਂਦੇ ਆ, ਨਾ ਹੀ ਪ੍ਰੋਵਿੰਸ਼ੀਅਲ ਲਿਸਟ 'ਚ ਆਉਂਦੇ ਆ ਤੇ ਨਾ ਹੀ ਕੌਨਕਰੈਂਟ ਲਿਸਟ 'ਚ ਆਉਂਦੇ ਆ, ਤੇ ਉਹਨਾਂ ਉੱਤੇ ਜਿਹੜੇ ਲਾਅ ਬਣਾਉਣਾ ਹੋਏਗਾ ਉਹ ਕੌਣ ਬਣਾਏਗਾ, ਉਹਦੇ ਉੱਤੇ ਬਣਾਏਗਾ ਵਾਇਸਰੋਏ, ਠੀਕ ਹੈ ਜੀ। ਤੇ ਨੈਕਸਟ ਪੁਆਇੰਟ ਦੇਖ ਲੈਂਦੇ ਹਾਂ। ਤੇ ਇਹਦੇ ਗਵਰਨਮੈਂਟ ਆਫ ਇੰਡੀਆ ਐਕਟ 1935 'ਚ ਕਿਹਾ ਗਿਆ ਕਿ ਡਾਇਰਕੀ ਨੂੰ ਅਬੋਲਿਸ਼ ਕੀਤਾ ਜਾਏ ਪ੍ਰੋਵਿੰਸਿਸ ਦੇ ਵਿੱਚ, ਠੀਕ ਹੈ ਜੀ। ਇਸ ਜਿਹੜਾ ਪੁਆਇੰਟ ਸੀਗਾ ਉਹ ਸਹੀ ਸੀਗਾ ਕਿ ਡਾਇਰਕੀ ਨੂੰ ਜਿਹੜਾ ਹੈਗਾ ਪ੍ਰੋਵਿੰਸਿਸ ਦੇ ਵਿੱਚ ਅਬੋਲਿਸ਼ ਕੀਤਾ ਜਾਏ ਤੇ ਪ੍ਰੋਵਿੰਸਿਸ ਨੂੰ ਖੁੱਲੀ ਛੂਟ ਦਿੱਤੀ ਗਈ ਕਿ ਉਹ ਆਪਣੇ ਹਿਸਾਬ ਨਾਲ ਪ੍ਰੋਵਿੰਸਿਸ ਨੂੰ ਚਲਾ ਸਕਦੇ ਆ। ਨੈਕਸਟ ਪੁਆਇੰਟ ਦੇਖ ਲੈਂਦੇ ਹਾਂ। ਇਸੇ ਐਕਟ ਦੇ ਵਿੱਚ ਕਿਹਾ ਗਿਆ ਕਿ ਚਲੋ ਆਪਾਂ ਡਾਇਰਕੀ ਜਿਹੜੀ ਹੈਗੀ ਆ ਪ੍ਰੋਵਿੰਸਿਸ ਦੇ ਵਿੱਚ ਖਤਮ ਕਰਤੀ ਹੈਗੀ ਆ, ਪਰ ਸੈਂਟਰ ਦੇ ਵਿੱਚ ਡਾਇਰਕੀ ਲਿਆਂਦੀ ਜਾਏਗੀ। ਜਿਸ ਤਰ੍ਹਾਂ ਕਿ ਆਪਾਂ ਪਿੱਛੇ ਡਾਇਰਕੀ ਦਾ ਪੜ੍ਹਿਆ ਸੀਗਾ, ਇਹਦੇ ਵਿੱਚ ਇਹਨਾਂ ਨੇ 2 ਸਬਜੈਕਟ ਲਿਆਂਦੇ ਸੀਗੇ, ਰਿਜ਼ਰਵ ਸਬਜੈਕਟ ਤੇ ਟਰਾਂਸਫਰ ਸਬਜੈਕਟ। ਤੇ ਇਹਨਾਂ ਨੇ ਕੀ ਕਿਹਾ ਕਿ ਸੈਂਟਰ ਦੇ ਵਿੱਚ ਡਾਇਰਕੀ ਲਿਆਂਦੀ ਜਾਏਗੀ ਤੇ ਇਸੇ ਤਰ੍ਹਾਂ ਸੈਂਟਰ ਲੈਵਲ ਤੇ ਵੀ ਜਿਹੜਾ ਫੈਡਰੇਸ਼ਨ ਸਬਜੈਕਟ ਹੈਗੇ ਉਹ 2 ਦੇ ਵਿੱਚ ਡਿਵਾਈਡ ਹੋ ਜਾਣਗੇ, ਇੱਕ ਰਿਜ਼ਰਵ ਸਬਜੈਕਟ ਤੇ ਇੱਕ ਟਰਾਂਸਫਰ ਸਬਜੈਕਟ, ਠੀਕ ਹੈ ਜੀ। ਪਰ ਇਹ ਜਿਹੜਾ ਪੁਆਇੰਟ ਹੈਗਾ ਬਾਅਦ ਵਿੱਚ ਲਾਗੂ ਨਹੀਂ ਹੋਇਆ ਸੀਗਾ, ਠੀਕ ਹੈ ਜੀ। ਨੈਕਸਟ ਇਹਦੇ ਵਿੱਚ ਕਿਹਾ ਗਿਆ ਕਿ ਜਿਹੜੀ 11 ਪ੍ਰੋਵਿੰਸਿਸ ਹੈਗੀਆਂ ਇੰਡੀਆ ਦੇ ਵਿੱਚ, ਉਹਨਾਂ ਵਿੱਚ ਜਿਹੜੀ 6 ਪ੍ਰੋਵਿੰਸਿਸ ਹੈਗੀਆਂ ਉਹਨਾਂ ਦੇ ਵਿੱਚ ਬਾਈ ਕੈਮਰਲਿਜ਼ਮ ਲਿਆਂਦੀ ਜਾਏਗੀ, ਠੀਕ ਹੈ। ਮਤਲਬ ਕਿ ਇੱਕ ਲੈਜਿਸਲੇਟਿਵ ਕਾਉਂਸਿਲ ਹੋਏਗੀ ਜਿਹਨੂੰ ਆਪਾਂ ਅਪਰ ਹਾਊਸ ਕਹਾਂਗੇ, ਇੱਕ ਲੈਜਿਸਲੇਟਿਵ ਅਸੈਂਬਲੀ ਹੋਏਗੀ ਜਿਹਨੂੰ ਆਪਾਂ ਲੋਅਰ ਹਾਊਸ ਕਹਾਂਗੇ। ਤੇ ਉਹ ਜਿਹੜੇ 6 ਪ੍ਰੋਵਿੰਸਿਸ ਸੀਗੀਆਂ ਉਹ ਕਿਹੜੀ ਕਿਹੜੀ ਸੀਗੀਆਂ, ਬੰਗਾਲ, ਬੰਬੇ, ਮਦਰਾਸ, ਬਿਹਾਰ, ਅਸਮ ਤੇ ਯੂਨਾਈਟਿਡ ਪ੍ਰੋਵਿੰਸਿਸ। ਤੇ ਕਿਹਾ ਗਿਆ ਕਿ ਇਹ ਜਿਹੜੀਆਂ 6 ਪ੍ਰੋਵਿੰਸਿਸ ਹੈਗੀਆਂ ਇਹਨਾਂ ਵਿੱਚ ਬਾਈ ਕੈਮਰਲਿਜ਼ਮ ਲਿਆਂਦੀ ਜਾਏਗੀ, ਠੀਕ ਹੈ ਜੀ। ਨੈਕਸਟ ਪੁਆਇੰਟ ਦੇਖ ਲੈਂਦੇ ਹਾਂ। ਨੈਕਸਟ ਪੁਆਇੰਟ ਜਿਹੜਾ ਹੈਗਾ ਉਹ ਇੱਕ ਹਿਸਾਬ ਨਾਲ ਬੜਾ ਹੀ ਗਲਤ ਸੀਗਾ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਇਹ ਇੱਕ ਤਰ੍ਹਾਂ ਦਾ ਸੈਪਰੇਟ ਇਲੈਕਟਡ ਦਾ ਕੰਸੈਪਟ ਹਰ ਪਾਸੇ ਲਾਉਣ ਦੀ ਕੋਸ਼ਿਸ਼ ਕਰ ਰਹੇ ਸੀਗੇ, ਮਤਲਬ ਇੰਡੀਆ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀਗੇ। ਤੇ ਇਸੇ ਐਕਟ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਤੁਸੀਂ ਕਮਲਰ ਰਿਪਰੈਜ਼ੈਂਟੇਸ਼ਨ ਦਾ ਚਲਾਇਆ ਸੀਗਾ ਸੈਪਰੇਟ ਇਲੈਕਟਡ ਦਾ ਸਿਸਟਮ, ਉਹਨੂੰ ਐਕਸਟੈਂਡ ਕੀਤਾ ਜਾਏ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲੇ ਦੱਸਿਆ ਸੀਗਾ ਕਿ ਗਾਂਧੀ ਜੀ ਜਿਹੜੇ ਸੀਗੇ ਉਸ ਟਾਈਮ 'ਤੇ ਯੇਰਾਵਾੜਾ ਜੇਲ੍ਹ ਦੇ ਵਿੱਚ ਬੰਦ ਸੀਗੇ ਪੂਨਾ ਦੇ ਵਿੱਚ, ਅਤੇ ਉੱਥੇ ਹੀ ਉਹਨਾਂ ਨੇ ਅਨਸ਼ਨ ਸ਼ੁਰੂ ਕਰਤਾ ਸੀਗਾ ਕਿ ਡਿਪਰੈਸਡ ਕਲਾਸ ਦੇ ਵਿੱਚ ਸੈਪਰੇਟ ਇਲੈਕਟਡ ਨਹੀਂ ਲਿਆਂਦਾ ਜਾਏਗਾ। ਪਰ ਇਸ ਐਕਟ ਦੇ ਵਿੱਚ ਕੀ ਕਿਹਾ ਗਿਆ ਕਿ ਜਿਹੜਾ ਸੈਪਰੇਟ ਇਲੈਕਟਡ ਦਾ ਕੰਸੈਪਟ ਹੈਗਾ ਕਮਿਊਨਲ ਰਿਪਰੈਜ਼ੈਂਟੇਸ਼ਨ ਦਾ, ਉਹ ਡਿਪਰੈਸ ਕਲਾਸਾਂ 'ਤੇ ਵੀ ਐਕਸਟੈਂਡ ਕੀਤਾ ਜਾਏ, ਵੂਮੈਨਸ 'ਤੇ ਵੀ ਐਕਸਟੈਂਡ ਕੀਤਾ ਜਾਏ ਅਤੇ ਲੇਬਰਰਸ 'ਤੇ ਵੀ ਐਕਸਟੈਂਡ ਕੀਤਾ ਜਾਏ। ਮਤਲਬ ਕਿ ਜਿਹੜੇ ਸ਼ਡਿਊਲ ਕਾਸਟ ਹੈਗੇ ਉਹ ਸ਼ਡਿਊਲ ਕਾਸਟ ਵਾਲਿਆਂ ਨੂੰ ਵੋਟ ਪਾਉਣਗੇ, ਅਤੇ ਜਿਹੜੀ ਵੂਮੈਨਸ ਹੈਗੀਆਂ ਵੂਮੈਨਸ ਨੂੰ ਵੋਟ ਪਾਉਣਗੇ, ਅਤੇ ਜਿਹੜੇ ਲੇਬਰ ਹੈਗੇ ਲੇਬਰ ਨੂੰ ਵੋਟ ਪਾਉਣਗੇ। ਮਤਲਬ ਕਿਸੇ ਨਾ ਕਿਸੇ ਤਰ੍ਹਾਂ ਇਹ ਇੰਡੀਆ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਸੀਗੇ, ਠੀਕ ਹੈ ਜੀ। ਨੈਕਸਟ ਪੁਆਇੰਟ ਦੇਖ ਲੈਂਦੇ ਹਾਂ। ਅਤੇ ਇਸੇ ਐਕਟ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਗਵਰਨਮੈਂਟ ਆਫ ਇੰਡੀਆ ਐਕਟ 1858 ਦੇ ਵਿੱਚ ਆਪਾਂ ਜਿਹੜੀ ਕੌਂਸਿਲ ਬਣਾਈ ਸੀਗੀ ਸੈਕਟਰੀ ਆਫ ਸਟੇਟ ਵਾਸਤੇ, ਉਹਨੂੰ ਅਬੋਲਿਸ਼ ਕੀਤਾ ਜਾਏ, ਠੀਕ ਹੈ ਜੀ। ਅਤੇ ਨੈਕਸਟ ਪੁਆਇੰਟ ਜਿਹੜਾ ਹੈਗਾ ਉਹ ਇੱਕ ਇੰਪੋਰਟੈਂਟ ਪੁਆਇੰਟ ਹੈਗਾ ਕਿ ਇਹਦੇ ਵਿੱਚ ਹੀ ਕਿਹਾ ਗਿਆ ਕਿ ਇੱਕ ਰਿਜ਼ਰਵ ਬੈਂਕ ਆਫ ਇੰਡੀਆ ਦੀ ਇਸਟੈਬਲਿਸ਼ਮੈਂਟ ਕੀਤੀ ਜਾਏ, ਜਿਹੜਾ ਕਿ ਕੰਟਰੋਲ ਕਰੇਗਾ ਕੰਟਰੀ ਦੇ ਵਿੱਚ ਕਰੰਸੀ ਅਤੇ ਕ੍ਰੈਡਿਟ ਨੂੰ। ਅਤੇ ਇਹ ਕੁਐਸਚਨ ਪੁੱਛਿਆ ਜਾ ਸਕਦਾ ਕਿ ਜਿਹੜਾ ਰਿਜ਼ਰਵ ਬੈਂਕ ਆਫ ਇੰਡੀਆ ਹੈਗਾ ਉਹਦੀ ਇਸਟੈਬਲਿਸ਼ਮੈਂਟ ਕਿਹੜੇ ਐਕਟ ਦੇ ਥਰੂ ਹੋਈ ਸੀਗੀ, ਅਤੇ ਆਨਸਰ ਹੈਗਾ ਗਵਰਨਮੈਂਟ ਆਫ ਇੰਡੀਆ ਐਕਟ 1935। ਇਹਨੂੰ ਯਾਦ ਰੱਖਿਓ। ਨੈਕਸਟ ਦੇਖ ਲੈਂਦੇ ਹਾਂ। ਨੈਕਸਟ ਪੁਆਇੰਟ ਕਿਹਾ ਗਿਆ ਕਿ
ਤਿੰਨ ਪ੍ਰਕਾਰ ਦੀ ਜਿਹੜੀ ਹੈਗੀ ਪਬਲਿਕ ਸਰਵਿਸ ਕਮਿਸ਼ਨ ਦੀ ਸਟੈਬਲਿਸ਼ ਕੀਤੀ ਜਾਏਗੀ। ਇੱਕ ਹੋਏਗੀ ਫੈਡਰਲ ਪਬਲਿਕ ਸਰਵਿਸ ਕਮਿਸ਼ਨ, ਇੱਕ ਹੋਏਗੀ ਪ੍ਰੋਵਿੰਸ਼ੀਅਲ ਪਬਲਿਕ ਸਰਵਿਸ ਕਮਿਸ਼ਨ, ਇੱਕ ਹੋਏਗੀ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ। ਜਿਹੜੀ ਫੈਡਰਲ ਪਬਲਿਕ ਸਰਵਿਸ ਕਮਿਸ਼ਨ ਹੋਏਗੀ ਉਹ ਸੈਂਟਰਲ ਲੈਵਲ ਤੇ ਹੋਏਗੀ। ਪ੍ਰੋਵਿੰਸ਼ੀਅਲ ਪਬਲਿਕ ਸਰਵਿਸ ਕਮਿਸ਼ਨ ਜਿਹੜੀ ਹੋਏਗੀ ਉਹ ਸਟੇਟ ਲੈਵਲ ਤੇ ਹੋਏਗੀ, ਮਤਲਬ ਪ੍ਰੋਵਿੰਸਿਸ ਲੈਵਲ ਤੇ ਹੋਏਗੀ। ਜਿਸ ਤਰ੍ਹਾਂ ਕਿ ਅੱਜ ਸਟੇਟ ਦੇ ਵਿੱਚ ਹੁੰਦੀ ਹੈ ਸਟੇਟ ਪਬਲਿਕ ਸਰਵਿਸ ਕਮਿਸ਼ਨ, ਉਸ ਤਰ੍ਹਾਂ ਦੀ ਇਹ ਗੱਲ ਕਰ ਰਹੇ ਹਾਂ। ਅਤੇ ਇਸ ਤੋਂ ਇਲਾਵਾ ਇੱਕ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਹੋਏਗੀ, ਜਿਹੜੀ ਕਿ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੀ ਪ੍ਰੋਵਿੰਸਿਸ ਨੂੰ ਮਿਲਾ ਕੇ ਇੱਕ ਜੁਆਇੰਟ ਪਬਲਿਕ ਸਰਵਿਸ ਕਮਿਸ਼ਨ ਬਣਾਈ ਜਾਏ। ਤੇ ਨੈਕਸਟ ਇਸੇ ਐਕਟ ਦੇ ਵਿੱਚ ਕਿਹਾ ਗਿਆ ਕਿ ਇੱਕ ਫੈਡਰਲ ਕੋਰਟ ਦੀ ਇਸਟੈਬਲਿਸ਼ਮੈਂਟ ਕੀਤੀ ਜਾਏ। ਠੀਕ ਹੈ, ਇਸੇ ਦੇ ਬੇਸ ਦੇ ਉੱਤੇ ਬਾਅਦ ਚੋਂ 1937 ਦੇ ਵਿੱਚ ਇੱਕ ਫੈਡਰਲ ਕੋਰਟ ਇਸਟੈਬਲਿਸ਼ ਕੀਤੀ ਗਈ ਸੀਗੀ। ਤੇ ਨੈਕਸਟ ਇਸੇ ਐਕਟ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਆਪਾਂ ਵੋਟਿੰਗ ਰਾਈਟ ਜਿਹੜੇ ਕੁਛ ਹੀ ਬੰਦਿਆਂ ਨੂੰ ਦਿੱਤੇ ਦੇ ਆ, ਅਤੇ ਇਹ ਹੁਣ ਮਤਲਬ ਇੰਕਰੀਜ਼ ਕੀਤਾ ਜਾਏ 10% ਤੱਕ ਟੋਟਲ ਪੋਪੂਲੇਸ਼ਨ ਦਾ ਇੰਕਰੀਜ਼ ਕੀਤਾ ਜਾਏ ਵੋਟਿੰਗ ਰਾਈਟ ਦਾ। ਨੈਕਸਟ ਆਪਾਂ ਕਰ ਲੈਂਦੇ ਸਭ ਤੋਂ ਮੇਨ ਐਕਟ ਜਿਹੜਾ ਹੈਗਾ ਇੰਡੀਅਨ ਇੰਡੀਪੈਂਡੈਂਸ ਐਕਟ 1947, ਜਿਹਦੇ ਤਹਿਤ ਇੰਡੀਆ ਨੂੰ ਆਜ਼ਾਦੀ ਮਿਲੀ। ਠੀਕ ਹੈ ਜੀ, ਅਤੇ ਇਹਦੇ ਬਾਰੇ ਪੜ੍ਹ ਲੈਂਦੇ ਆਪਾਂ। 20 ਫਰਵਰੀ 1947 ਨੂੰ ਉਦੋਂ ਜਿਹੜੇ ਬ੍ਰਿਟਿਸ਼ ਪ੍ਰਾਈਮ ਮਿਨਿਸਟਰ ਸੀਗੇ ਕਲੀਮੈਂਟ ਐਟਲੀ, ਉਹਨਾਂ ਨੇ ਡਿਕਲੇਅਰ ਕੀਤਾ ਕਿ 30 ਜੂਨ 1948 ਤੱਕ ਇੰਡੀਆ ਨੂੰ ਪੂਰੀ ਤਰੀਕੇ ਨਾਲ ਫ੍ਰੀ ਕਰ ਦਿੱਤਾ ਜਾਏਗਾ, ਮਤਲਬ ਕਿ ਇੰਡੀਆ ਦੇ ਵਿੱਚ ਬ੍ਰਿਟਿਸ਼ ਰੂਲ ਖਤਮ ਕਰ ਦਿੱਤਾ ਜਾਏਗਾ। ਜਦੋਂ ਇਹ ਅਨਾਊਂਸਮੈਂਟ ਹੋਈ ਅਤੇ ਇਸ ਤੋਂ ਬਾਅਦ ਕਈ ਪਾਰਟੀਆਂ ਦੇ ਖੁਸ਼ ਸੀ, ਪਰ ਕਈ ਪਾਰਟੀਆਂ ਦੇ ਵਿੱਚ ਰੋਸ਼ ਸੀਗਾ, ਜਿਸ ਤਰ੍ਹਾਂ ਕਿ ਮੁਸਲਿਮ ਲੀਗ, ਕਿਉਂਕਿ ਉਹ ਮੁਸਲਿਮ ਲੀਗ ਜਿਹੜੀ ਸੀਗੀ ਉਹ ਇੱਕ ਅਲੱਗ ਦੇਸ਼ ਬਣਾਉਣਾ ਚਾਹੁੰਦੀ ਸੀਗੀ ਆਪਣੇ ਮੁਸਲਿਮ ਕਮਿਊਨਿਟੀ ਵਾਸਤੇ, ਅਤੇ ਇਹਦੇ ਹੀ ਕਾਰਨ ਕਾਫੀ ਰੋਸ਼ ਉਤਪੰਨ ਹੋ ਗਿਆ। ਅਤੇ ਇਸੇ ਚੀਜ਼ ਨੂੰ ਦੇਖਦੇ ਹੋਏ 3 ਜੂਨ 1947 ਨੂੰ ਬ੍ਰਿਟਿਸ਼ ਸਰਕਾਰ ਨੇ ਇੱਕ ਹੋਰ ਅਨਾਊਂਸਮੈਂਟ ਕੀਤੀ ਕਿ ਜਿਹੜਾ ਕੌਂਸਟੀਟਿਊਸ਼ਨ ਅਸੈਂਬਲੀ ਨੇ ਕੌਂਸਟੀਟਿਊਸ਼ਨ ਫਰੇਮ ਕੀਤਾ ਸੀਗਾ 1946 ਦੇ ਵਿੱਚ, ਜਿਹੜੇ ਕੰਟਰੀ ਦੇ ਉਹ ਪਾਰਟ ਹੈਗੇ ਆ ਉਹਨਾਂ ਉੱਤੇ ਇਹ ਲਾਗੂ ਨਹੀਂ ਹੁੰਦਾ ਜਿਹੜੇ ਇਹਨੂੰ ਨਹੀਂ ਮੰਨਣਾ ਚਾਹੁੰਦੇ। ਅਤੇ ਇਸੇ ਦਿਨ 3 ਜੂਨ 1947 ਨੂੰ ਹੀ ਜਿਹੜੇ ਲੋਰਡ ਮਾਊਂਟਬੈਟਨ ਸੀਗੇ, ਜਿਹੜੇ ਉਸ ਟਾਈਮ 'ਤੇ ਵਾਇਸਰੋਏ ਸੀਗੇ ਇੰਡੀਆ ਦੇ, ਉਹਨਾਂ ਨੇ ਇੱਕ ਪਾਰਟੀਸ਼ਨ ਪਲਾਨ ਅਨਾਊਂਸ ਕੀਤਾ, ਜਿਹਨੂੰ ਕਿ ਮਾਊਂਟਬੈਟਨ ਪਲਾਨ ਵੀ ਕਿਹਾ ਜਾਂਦਾ ਹੈ। ਠੀਕ ਹੈ, ਮਤਲਬ ਕਿ ਇਹਦੇ ਵਿੱਚ ਕਿਹਾ ਗਿਆ ਕਿ ਇੰਡੀਆ ਅਤੇ ਪਾਕਿਸਤਾਨ ਦੋ ਅਲੱਗ-ਅਲੱਗ ਕੰਟਰੀਜ਼ ਬਣਾ ਦਿੱਤੀ ਜਾਣ, ਅਤੇ ਇਹ ਕਾਂਗਰਸ ਅਤੇ ਮੁਸਲਿਮ ਲੀਗ ਦੋਨਾਂ ਨੇ ਅਸੈਪਟ ਕਰ ਲਿਆ। ਹੁਣ ਕਈ ਕਹਿੰਦੇ ਕਿ ਕਾਂਗਰਸ ਨੇ ਇਹਨੂੰ ਅਸੈਪਟ ਕਿਉਂ ਕੀਤਾ, ਮਤਲਬ ਪਾਰਟੀਸ਼ਨ ਕਿਉਂ ਹੋਣ ਦਿੱਤੀ, ਕਿਉਂਕਿ ਉਸ ਟਾਈਮ 'ਤੇ ਦੰਗੇ ਬਹੁਤ ਜ਼ਿਆਦਾ ਹੋ ਰਹੇ ਸੀਗੇ, ਖੂਨ ਖਰਾਬਾ ਬਹੁਤ ਜ਼ਿਆਦਾ ਹੋ ਰਿਹਾ ਸੀਗਾ। ਇਸੇ ਚੀਜ਼ ਨੂੰ ਦੇਖਦੇ ਹੋਏ ਕਾਂਗਰਸ ਨੇ ਵੀ ਇਹਨੂੰ ਅਸੈਪਟ ਕਰ ਲਿਆ। ਨੈਕਸਟ ਆਪਾਂ ਫੀਚਰ ਦੇਖ ਲੈਂਦੇ ਹਾਂ ਇੰਡੀਅਨ ਇੰਡੀਪੈਂਡੈਂਸ ਐਕਟ 1947 ਦੇ, ਕਿ ਮਤਲਬ ਇਹਦੇ ਵਿੱਚ ਕੀ ਕੀ ਕਿਹਾ ਗਿਆ। ਸਭ ਤੋਂ ਪਹਿਲੇ ਇਹਦੇ ਵਿੱਚ ਕਿਹਾ ਗਿਆ ਕਿ 15 ਅਗਸਤ 1947 ਤੋਂ ਇੰਡੀਆ ਦੇ ਵਿੱਚ ਬ੍ਰਿਟਿਸ਼ ਰੂਲ ਖਤਮ ਹੋ ਜਾਏਗਾ ਅਤੇ ਇੰਡੀਆ ਨੂੰ ਐਜ਼ ਇੰਡੀਪੈਂਡੈਂਟ ਅਤੇ ਸੋਵਰਨ ਸਟੇਟ ਘੋਸ਼ਿਤ ਕਰ ਦਿੱਤਾ ਜਾਏਗਾ। ਠੀਕ ਹੈ ਜੀ, ਅਤੇ ਨੈਕਸਟ ਇਸੇ ਐਕਟ ਦੇ ਵਿੱਚ ਕਿਹਾ ਗਿਆ ਕਿ ਇੰਡੀਆ ਅਤੇ ਪਾਕਿਸਤਾਨ ਦਾ ਪਾਰਟੀਸ਼ਨ ਹੋਏਗਾ, ਮਤਲਬ ਕਿ ਇੰਡੀਆ ਅਤੇ ਪਾਕਿਸਤਾਨ ਦੋ ਅਲੱਗ-ਅਲੱਗ ਕੰਟਰੀਆਂ ਬਣਾਈ ਜਾਣਗੀਆਂ, ਜਾਂ ਫਿਰ ਕਹਿ ਸਕਦੇ ਹਾਂ ਦੋ ਅਲੱਗ-ਅਲੱਗ ਡੋਮੀਨੀਅਨ ਬਣਾਏ ਜਾਣਗੇ। ਇਸੇ ਐਕਟ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਵਾਇਸਰੋਏ ਦਾ ਆਫਿਸ ਸੀਗਾ ਪਹਿਲੇ ਇੰਡੀਆ ਦੇ ਵਿੱਚ, ਉਹਨੂੰ ਅਬੋਲਿਸ਼ ਕੀਤਾ ਜਾਏਗਾ, ਮਤਲਬ ਕਿ ਉਹਨੂੰ ਖਤਮ ਕੀਤਾ ਜਾਏਗਾ। ਅਤੇ ਇਸ ਤੋਂ ਇਲਾਵਾ ਕਿਹਾ ਗਿਆ ਕਿ ਜਿਹੜੀ ਦੋਨੋਂ ਡੋਮੀਨੀਅਨ ਹੈਗੇ ਆ ਇੰਡੀਆ ਅਤੇ ਪਾਕਿਸਤਾਨ, ਦੋਨਾਂ ਨੂੰ ਉਹਨਾਂ ਦੀ ਚੋਇਸ ਦਾ ਇੱਕ ਗਵਰਨਰ ਜਨਰਲ ਪ੍ਰੋਵਾਈਡ ਕੀਤਾ ਜਾਏਗਾ। ਇਸੇ ਐਕਟ ਦੇ ਵਿੱਚ ਕਿਹਾ ਗਿਆ ਕਿ ਦੋਨੋਂ ਜਿਹੜੇ ਡੋਮੀਨੀਅਨ ਹੈਗੇ ਆਪਣੀ ਕੌਂਸਟੀਟਿਊਸ਼ਨ ਅਸੈਂਬਲੀ ਬਣਾ ਕੇ ਇੱਕ ਕੌਂਸਟੀਟਿਊਸ਼ਨ ਫਰੇਮ ਕਰ ਸਕਦੇ ਆ ਜਾਂ ਅਡੋਪਟ ਕਰ ਸਕਦੇ ਆ। ਇਸ ਤੋਂ ਇਲਾਵਾ ਕਿਹਾ ਗਿਆ ਕਿ ਜਿਹੜੇ ਬ੍ਰਿਟਿਸ਼ ਪਾਰਲੀਮੈਂਟ ਨੇ ਜਿੰਨੇ ਵੀ ਪਹਿਲੇ ਐਕਟ ਲਿਆਂਦੇ ਸੀਗੇ ਜਾਂ ਕੁਛ ਵੀ ਲੋਅ ਲਿਆਂਦੇ ਸੀਗੇ, ਉਹਨਾਂ ਨੂੰ ਇਹ ਰੱਦ ਕਰ ਸਕਦੇ ਆ। ਠੀਕ ਹੈ ਜੀ, ਅਤੇ ਇਸ ਤੋਂ ਇਲਾਵਾ ਜਿਹੜਾ ਐਕਟ ਹੈਗਾ ਇੰਡੀਆ ਇੰਡੀਪੈਂਡੈਂਸ ਐਕਟ, ਜਿਹਦੇ ਵਿੱਚ ਸਭ ਕੁਝ ਲਿਖਿਆ ਹੋਇਆ, ਜੇ ਉਹ ਦੋਨੋਂ ਡੋਮੀਨੀਅਨ ਚਾਹੁਣ ਤਾਂ ਇਹਨੂੰ ਵੀ ਖਾਰਿਜ ਕਰ ਸਕਦੇ ਆ। ਨੈਕਸਟ ਇਸ ਐਕਟ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਸੈਕਟਰੀ ਆਫ ਦਾ ਸਟੇਟ ਫॉर ਇੰਡੀਆ ਦਾ ਜਿਹੜਾ ਆਫਿਸ ਸੀਗਾ ਉਹਨੂੰ ਵੀ ਰੱਦ ਕੀਤਾ ਜਾਏਗਾ, ਮਤਲਬ ਕਿ ਉਹਨੂੰ ਵੀ ਅਬੋਲਿਸ਼ ਕਰ ਦਿੱਤਾ ਜਾਏਗਾ। ਅਤੇ ਨੈਕਸਟ ਪੁਆਇੰਟ ਹੈਗਾ ਕਿ ਇਸ ਐਕਟ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਪਹਿਲੇ ਬ੍ਰਿਟਿਸ਼ ਪੈਰਾਮਾਊਂਟੇਸੀ ਦਾ ਜਿਹੜਾ ਕਨਸੈਪਟ ਚੱਲਦਾ ਸੀਗਾ ਇੰਡੀਅਨ ਪ੍ਰਿੰਸਲੀ ਸਟੇਟ ਦੇ ਵਿੱਚ, ਉਹ ਵੀ 15 ਅਗਸਤ 1947 ਤੋਂ ਖਤਮ ਹੋ ਜਾਏਗਾ। ਅਤੇ ਇਸ ਤੋਂ ਇਲਾਵਾ ਕਿਹਾ ਗਿਆ ਕਿ ਜਿਹੜਾ ਬ੍ਰਿਟਿਸ਼ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਜਿਹੜਾ ਟ੍ਰੀਟੀ ਹੈਗੀ ਹੈ ਜਾਂ ਫਿਰ ਕਿਸੇ ਵੀ ਤਰ੍ਹਾਂ ਦਾ ਰਿਲੇਸ਼ਨ ਹੈਗਾ ਜਿਹੜੀ ਇੰਡੀਆ ਦੀ ਟਰਾਈਬਲ ਏਰੀਆ ਹੈਗੇ ਆ, ਉਹਨਾਂ ਨਾਲ ਵੀ ਉਸ ਤਰ੍ਹਾਂ ਦੀ ਜਿਹੜੀ ਟ੍ਰੀਟੀਜ਼ ਹੈਗੀਆਂ, ਰਿਲੇਸ਼ਨ ਹੈਗੇ, ਉਹਨਾਂ ਨੂੰ ਵੀ ਖਤਮ ਕੀਤਾ ਜਾਏਗਾ। ਠੀਕ ਹੈ ਜੀ, ਨੈਕਸਟ ਪੁਆਇੰਟ ਦੇਖ ਲੈਂਦੇ ਹਾਂ। ਜਿਹੜਾ ਨੈਕਸਟ ਪੁਆਇੰਟ ਹੈਗਾ ਉਹ ਵੀ ਇੱਕ ਤਰ੍ਹਾਂ ਦਾ ਬੜਾ ਹੀ ਬੇਕਾਰ ਜਿਹਾ ਪੁਆਇੰਟ ਸੀਗਾ ਕਿ ਜਿਹੜੀ ਪ੍ਰਿੰਸਲੀ ਸਟੇਟ ਹੈਗੀ ਹੈ, ਠੀਕ ਹੈ, ਉਹਨਾਂ ਨੂੰ ਇਹਨਾਂ ਨੇ ਫਰੀਡਮ ਦੇ ਦਿੱਤੀ ਇਸ ਐਕਟ ਦੇ ਤਹਿਤ ਕਿ ਉਹਨਾਂ ਦਾ ਜੇਕਰ ਦਿਲ ਹੈਗਾ ਉਹ ਕਿਸੇ ਵੀ ਡੋਮੀਨੀਅਨ ਨਾਲ ਜੁੜ ਸਕਦੇ ਆ। ਜੇ ਉਹ ਚਾਹੁੰਦੇ ਆ ਕਿ ਇੰਡੀਆ ਦੇ ਡੋਮੀਨੀਅਨ ਨਾਲ ਜੁੜਨਾ ਚਾਹੁੰਦੇ ਆ ਤਾਂ ਇੰਡੀਆ ਨਾਲ ਜੁੜ ਸਕਦੇ ਆ, ਪਾਕਿਸਤਾਨ ਨਾਲ ਜੁੜਨਾ ਚਾਹੁੰਦੇ ਤਾਂ ਪਾਕਿਸਤਾਨ ਨਾਲ ਜੁੜ ਸਕਦੇ ਆ, ਅਤੇ ਜੇ ਉਹ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਆ, ਮਤਲਬ ਆਪਣੇ ਹਿਸਾਬ ਨਾਲ ਆਪਣਾ ਜਿਹੜਾ ਜਿਹੜੀ ਪ੍ਰਿੰਸਲੀ ਸਟੇਟ ਹੈਗੀ ਆ ਉਹਨੂੰ ਚਲਾਉਣਾ ਚਾਹੁੰਦੇ ਆ ਐਜ਼ ਏ ਕੰਟਰੀ, ਅਤੇ ਉਹ ਵੀ ਤੁਸੀਂ ਕਰ ਸਕਦੇ ਹੋ।
ਤੇ ਬਾਅਦ ਵਿੱਚ ਇਹਦੇ ਰਿਜ਼ਲਟ ਕਾਫੀ ਮਾੜੇ ਹੋਏ ਸੀਗੇ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਕਿ ਜਿਹੜੀ ਜੰਮੂ ਐਂਡ ਕਸ਼ਮੀਰ ਦੇ ਜਿਹੜੇ ਰਾਜਾ ਸੀਗੇ ਉਹਨਾਂ ਨੇ ਇਹ ਚੂਜ਼ ਕੀਤਾ ਕਿ ਆਪਾਂ ਇੰਡੀਪੈਂਡੈਂਟ ਰਵਾਂਗੇ, ਨਾ ਹੀ ਆਪਾਂ ਇੰਡੀਆ ਨਾਲ ਜੁੜਨਾ, ਨਾ ਹੀ ਆਪਾਂ ਪਾਕਿਸਤਾਨ ਨਾਲ ਜੁੜਨਾ। ਤੇ ਬਾਅਦ ਵਿੱਚ ਫਿਰ ਪਾਕਿਸਤਾਨ ਨੇ ਉੱਤੇ ਉਹਨਾਂ 'ਤੇ ਅਟੈਕ ਕੀਤਾ ਸੀਗਾ। ਫਿਰ ਇੰਡੀਆ ਕੋ ਉਹਨਾਂ ਦੇ ਰਾਜਾ ਨੇ ਜਿਹੜੀ ਮਦਦ ਮੰਗੀ ਸੀਗੀ ਤੇ ਇੰਡੀਆ ਨੇ ਇਹ ਕਿਹਾ ਸੀਗਾ ਕਿ ਜੇਕਰ ਤੁਸੀਂ ਸਾਡੇ 'ਚ ਜਦੋਂ ਤੱਕ ਨਹੀਂ ਮਿਲਦੇ ਆਪਾਂ ਤੁਹਾਡੀ ਹੈਲਪ ਨਹੀਂ ਕਰ ਸਕਦੇ। ਫਿਰ ਉਹ ਤੇ ਇਸ ਤਰ੍ਹਾਂ ਫਿਰ ਜਿਹੜਾ ਜੰਮੂ ਐਂਡ ਕਸ਼ਮੀਰ ਹੈਗਾ ਉਹ ਇੰਡੀਆ ਦੇ ਵਿੱਚ ਮਿਲ ਗਿਆ ਸੀਗਾ ਤੇ ਇੰਡੀਅਨ ਫੋਰਸ ਨੇ ਫਿਰ ਜਿਹੜੇ ਪਾਕਿਸਤਾਨ ਨੇ ਅਟੈਕ ਕੀਤਾ ਸੀਗਾ ਜੰਮੂ ਦੇ ਉੱਤੇ, ਉਹ ਫਿਰ ਉਹਨੂੰ ਖਦੇੜਿਆ ਸੀਗਾ ਇੰਡੀਅਨ ਫੋਰਸ ਨੇ। ਤੇ ਇਸ ਤੋਂ ਇਲਾਵਾ ਜਿਹੜੇ ਹੈਦਰਾਬਾਦ ਦੇ ਨਿਜ਼ਾਮ ਸੀਗੇ ਉਹ ਵੀ ਇੱਕ ਪ੍ਰਿੰਸਲੀ ਸਟੇਟ ਸੀਗੀ ਉਸ ਟਾਈਮ 'ਤੇ ਹੈਦਰਾਬਾਦ, ਤੇ ਉਹਨਾਂ ਨੇ ਵੀ ਕਿਹਾ ਸੀਗਾ ਕਿ ਆਪਾਂ ਇੰਡੀਪੈਂਡੈਂਟ ਰਹਿਣਾ ਚਾਹੁੰਦੇ ਹਾਂ। ਤੇ ਇਸ ਤਰ੍ਹਾਂ ਦੀ ਹੋਰ ਵੀ ਕੁਝ ਪ੍ਰਿੰਸਲੀ ਸਟੇਟ ਸੀਗੀਆਂ ਜਿਹੜੀਆਂ ਇੰਡੀਪੈਂਡੈਂਟ ਰਹਿਣਾ ਚਾਹੁੰਦੀਆਂ ਸੀਗੀਆਂ। ਫਿਰ ਇੰਡੀਆ ਨੇ ਕਿਸੇ ਨਾ ਕਿਸੇ ਤਰ੍ਹਾਂ ਕਰਕੇ ਉਹਨਾਂ ਨੂੰ ਆਪਣੇ ਅੰਦਰ ਸ਼ਾਮਿਲ ਕੀਤਾ ਸੀਗਾ। ਨੈਕਸਟ ਇਸ ਐਕਟ ਦੇ ਵਿੱਚ ਕਿਹਾ ਗਿਆ ਕਿ ਜਦੋਂ ਤੱਕ ਤੁਹਾਡੇ ਦੋਨਾਂ ਦੇ ਜਿਹੜੇ ਦੋਨੋਂ ਡੋਮੀਨੀਅਨ ਹੈਗੇ ਇੰਡੀਆ ਤੇ ਪਾਕਿਸਤਾਨ, ਉਹਨਾਂ ਦਾ ਕੌਨਸਟੀਟਿਊਸ਼ਨ ਫਰੇਮ ਨਹੀਂ ਹੁੰਦਾ ਜਾਂ ਕੋਈ ਲੋਅ ਨਹੀਂ ਬਣਦੇ, ਉਦੋਂ ਤੱਕ ਤੁਸੀਂ ਕੀ ਕਰ ਸਕਦੇ ਹੋ ਕਿ ਜਿਹੜਾ ਗਵਰਨਮੈਂਟ ਆਫ ਇੰਡੀਆ ਐਕਟ 1935 ਹੈਗਾ ਤੇ ਉਹਦੇ ਹਿਸਾਬ ਨਾਲ ਤੁਸੀਂ ਆਪਣੇ ਲੋਅ ਬਣਾ ਸਕਦੇ ਹੋ। ਤੇ ਇਸੇ ਐਕਟ ਦੇ ਵਿੱਚ ਜਿਹੜੇ ਗਵਰਨਰ ਜਨਰਲ ਸੀਗੇ ਇੰਡੀਆ ਦੇ ਤੇ ਇਸ ਤੋਂ ਇਲਾਵਾ ਜਿੰਨੀ ਵੀ ਪ੍ਰੋਵਿੰਸਿਸ ਸੀਗੀਆਂ ਉਹਨਾਂ ਦੇ ਜਿਹੜੇ ਗਵਰਨਰ ਸੀਗੇ ਉਹਨਾਂ ਸਾਰਿਆਂ ਨੂੰ ਇੱਕ ਨੋਮੀਨਲ ਹੈਡ ਬਣਾ ਦਿੱਤਾ ਗਿਆ। ਤੇ ਇਹ ਵੀ ਕਿਹਾ ਗਿਆ ਕਿ ਜਿਹੜੇ ਜਿੰਨੇ ਵੀ ਗਵਰਨਰ ਹੈਗੇ ਜਾਂ ਗਵਰਨਰ ਜਨਰਲ ਹੈਗੇ ਆ ਉਹ ਕੌਂਸਲ ਆਫ ਮਿਨਿਸਟਰ ਦੇ ਹਿਸਾਬ ਨਾਲ ਕੰਮ ਕਰਨਗੇ। ਮਤਲਬ ਜਿਹੜੀ ਕੌਂਸਲ ਆਫ ਮਿਨਿਸਟਰ ਜੋ ਕਹੇਗੀ ਉਸ ਹਿਸਾਬ ਨਾਲ ਉਹ ਕੰਮ ਕਰਨਗੇ। ਤੇ ਜਿਹੜੀ ਕੌਂਸਲ ਆਫ ਮਿਨਿਸਟਰ ਸੀਗੀ ਉਹਦੇ ਵਿੱਚ ਕੌਣ ਸੀਗਾ, ਤੇ ਉਹ ਜਿੰਨੇ ਵੀ ਕਾਂਗਰਸ ਦੇ ਵੱਡੇ ਵੱਡੇ ਲੀਡਰ ਸੀਗੇ ਉਹ ਸਾਰੇ ਕੌਂਸਲ ਆਫ ਮਿਨਿਸਟਰ ਦੇ ਵਿੱਚ ਸੀਗੇ। ਤੇ ਨੈਕਸਟ ਇਸ ਐਕਟ ਦੇ ਵਿੱਚ ਕਿਹਾ ਗਿਆ ਕਿ ਜਿਹੜਾ ਟਾਈਟਲ ਹੈਗਾ ਐਂਪਰਰ ਆਫ ਇੰਡੀਆ ਦਾ ਜਿਹੜਾ ਬ੍ਰਿਟਿਸ਼ ਕਿੰਗ ਨੂੰ ਦਿੱਤਾ ਜਾਂਦਾ ਸੀਗਾ ਉਹ ਵੀ ਰੱਦ ਕਰ ਦਿੱਤਾ ਜਾਏਗਾ, ਉਹਨੂੰ ਵੀ ਖਤਮ ਕਰ ਦਿੱਤਾ ਜਾਏਗਾ। ਤੇ ਨੈਕਸਟ ਪੁਆਇੰਟ ਹੈਗਾ ਕਿ ਇਸ ਐਕਟ ਦੇ ਵਿੱਚ ਕਿਹਾ ਗਿਆ ਕਿ ਜਿਹੜੀ ਅਪਾਇੰਟਮੈਂਟ ਹੈਗੀ ਹੈ ਸਿਵਲ ਸਰਵਿਸਿਜ਼ ਦੀ ਉਹਨੂੰ ਵੀ ਬੰਦ ਕੀਤਾ ਜਾਏਗਾ, ਉਹਨੂੰ ਵੀ ਰੱਦ ਕੀਤਾ ਜਾਏਗਾ। ਪਰ 15 ਅਗਸਤ 1947 ਤੱਕ ਉਹਨਾਂ ਦੀ ਡਿਊਟੀਜ਼ ਚੱਲਦੀ ਰਹਿਣਗੀਆਂ। ਪਰ 15 ਅਗਸਤ 1947 ਤੱਕ ਜਿੰਨੇ ਵੀ ਲਗਭਗ ਬ੍ਰਿਟਿਸ਼ ਸਿਵਲ ਸਰਵੈਂਟ ਸੀਗੇ ਉਹ ਲਗਭਗ ਆਪਣੇ ਕੰਟਰੀ ਨੂੰ ਵਾਪਸ ਚਲੇ ਗਏ ਸੀਗੇ। ਤੇ ਇਹ ਸੀਗਾ ਸਭ ਕੁਝ ਇੰਡੀਆ ਇੰਡੀਪੈਂਡੈਂਸ ਐਕਟ 1947 ਦੇ ਵਿੱਚ। ਤੇ ਜਿਹੜੇ ਫਸਟ ਗਵਰਨਰ ਜਨਰਲ ਬਣੇ ਸੀਗੇ ਉਹਨਾਂ ਦਾ ਨਾਂ ਸੀਗਾ ਲੋਰਡ ਮਾਊਂਟ ਬੈਟਨ ਨੇ, ਮੈਂ ਕਾਫੀ ਵਾਰ ਤੁਹਾਨੂੰ ਕਰਾ ਚੁੱਕਿਆ, ਠੀਕ ਹੈ ਜੀ। ਤੇ ਇਸ ਤੋਂ ਬਾਅਦ ਜਿਹੜੀ ਪਹਿਲੀ ਕੈਬਨਿਟ ਬਣੀ ਸੀਗੀ ਫਰੀ ਇੰਡੀਆ ਦੀ 1947 ਦੇ ਵਿੱਚ, ਤੇ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਹਦੇ ਕੋਲ ਕਿਹੜੀ ਮਿਨਿਸਟਰ ਸੀਗੀ। ਤੇ ਇਹ ਸੀਗਾ ਅੱਜ ਦਾ ਲੈਕਚਰ। ਆਪਾਂ ਹਿਸਟੋਰੀਕਲ ਬੈਕਗਰਾਊਂਡ ਪੂਰਾ ਖਤਮ ਕਰ ਚੁੱਕੇ ਹਾਂ। ਨੈਕਸਟ ਆਪਾਂ ਬਾਕੀ ਵੀਡੀਓ ਲੈਕਚਰ ਕਵਰ ਕਰਾਂਗੇ। ਆਈ ਹੋਪ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਏਗੀ। ਜੇਕਰ ਪਸੰਦ ਆਈ ਤਾਂ ਪਲੀਜ਼ ਲਾਈਕ ਕਰੋ। ਜੇਕਰ ਕਿਸੇ ਤਰ੍ਹਾਂ ਦਾ ਸੁਜੈਸ਼ਨ ਤੁਸੀਂ ਦੇਣਾ ਚਾਹੁੰਦੇ ਹੋ ਜਾਂ ਕੋਈ ਡਾਊਟ ਹੈਗਾ ਤੁਸੀਂ ਕਮੈਂਟ ਬਾਕਸ ਦੇ ਵਿੱਚ ਲਿਖ ਸਕਦੇ ਹੋ। ਜੇਕਰ ਵੀਡੀਓ ਤੁਹਾਨੂੰ ਸਹੀ ਲੱਗਦੀ ਹੈ ਤਾਂ ਪਲੀਜ਼ ਲਾਈਕ ਕਰੋ, ਜ਼ਿਆਦਾ ਤੋਂ ਜ਼ਿਆਦਾ ਲਾਈਕ ਕਰੋ, ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰੋ। ਜੇਕਰ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ, ਬੈਲ ਆਈਕਨ ਨੂੰ ਦਬਾਓ ਤੇ ਸਾਡਾ ਟੈਲੀਗ੍ਰਾਮ ਚੈਨਲ ਵੀ ਜ਼ਰੂਰ ਜੁਆਇਨ ਕਰੋ। ਉੱਥੇ ਆਪਾਂ ਹਰ ਇੱਕ ਵੀਡੀਓ ਦਾ PDF ਜ਼ਰੂਰ ਪ੍ਰੋਵਾਈਡ ਕਰਦੇ ਹਾਂ। ਤੇ ਨੈਕਸਟ ਵੀਡੀਓ 'ਚ ਮਿਲਦੇ ਹਾਂ, ਤਦ ਤੱਕ ਲਈ ਥੈਂਕ ਯੂ, ਜੈ ਹਿੰਦ।